श्री वाहिगुरु साहिब जीओ। चाचरी छंद त्वै प्रसाद, अरूप है अनूप है, आजू है अपू है, आलेख है अपेख है, अनाम है अकाम है, अदे है अपे है, अजीत है अपीत है, तिरमान है निधान है, त्रिवर्ग है असर्ग है, तिरमान है निधान है, त्रिवर्ग है असर्ग है। वाहिगुरु जी का खालसा, वाहिगुरु जी की फतेह। परम सत्कार ते सन्मानयोग चवर छत्र तखत दे मालक, जुगो जुग अटल सर्व सांझी वालता दे पैगंबर, दीन अते दुनिया दे राखे, मनुखता दे सांझे रहबर, गुरता गद्दी ते सुभाईमान। खलत पलत के रक्षक, दीन दयाल पतत पावन, करुणा निधान अंतरजामी। धन 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 साहिब श्री गुरु ग्रंथ साहिब जी महाराज साहिबां दी अपार कृपा बख्शिश रहमत होई। जिस करके आपां सारे ही अज दी सवेर, अज दा अमृत वेला रल मिल के गुरु गोदी अंदर बतीत कर रहे हैं। अपने जीवन नूं, मनुखा तन नूं सफल कर रहे हैं। वडभागे हाँ गरीब नवाज सतगुरां दी महान बख्शिश दे नाल आप जी ने रब्बी गुरबाणी दे कीर्तन सरवण कीते ने। उस तो उपरंत कथा दे राही श्री जाप साहब की पावन पवित्र गुरबाणी की विचार करन दा समा भी प्राप्त होया। आओ इस मिले हुए समय नूं गुरु की बात पा के अकाल पुरख वाहिगुरु परमेश्वर दीयां सिफतां करके गुरु उपदेश नूं सुन के मन के अपने जीवन नूं होर भी वडभागा बनाइए। सतगुरां दे दसे मार्ग ते चलण दा यतन करिए, जिस नाल साडा इह जीवन प्रवान हो सके। अज जो आप जी ने पावन पवित्र धन धन साहिब श्री गुरु गोबिंद सिंह साहब पातशाह की पावन पवित्र रसना तो उचारण किए हुए बचन सरवण किए ने। इहदे विच भी सतगुरु उस परमेश्वर दीयां सिफतां, उहदे गुण, उहदे विशेषण, उन्हां दा जिक्र कर रहे हैं। रूप है जिस परमात्मा का कोई रूप नहीं, रूप ना रेख ना रंग के चित्रे गुण ते प्रभ भिन्न। और दूसरी बात यह है कि जो दिसै सो तेरा रूप।
ਸਾਰੇ ਰੂਪ ਉਸੇ ਦੇ ਨੇ, ਲੇਕਿਨ ਉਹਦਾ ਆਪਣਾ ਵਿਸ਼ੇਸ਼ ਨਿੱਜੀ ਰੂਪ ਕੋਈ ਨਹੀਂ। ਆੜਾ ਅਗੇਤਰ ਲਾ ਕੇ ਕਹਿ ਦਿੱਤਾ ਅਰੂਪ, ਰੂਪ ਤੋਂ ਰਹਿਤ, ਸਾਰੇ ਰੂਪ ਬਣਾਉਣ ਵਾਲਾ, ਆਪ ਰੂਪ ਤੋਂ ਰਹਿਤ ਕਹੇ। ਰੂਪ ਕੀ ਨੇ? ਜਿੰਨੇ ਸਰੀਰ ਬੈਠੇ ਆ, ਜਿੰਨੀ ਬਨਸਪਤੀ ਹੈ, ਜਿੰਨੇ ਜੀਵ ਜੰਤੂ ਨੇ, ਜਾਨਵਰ ਨੇ, ਪਸ਼ੂ ਨੇ, ਪੰਛੀ ਨੇ, ਇਹ ਸਾਰੇ ਉਸੇ ਦਾ ਹੀ ਰੂਪ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਸਭ ਉਸੇ ਨੇ ਬਣਾਇਆ ਔਰ ਉਸ ਪਰਮਾਤਮਾ ਦਾ ਹੀ ਇਹ ਰੂਪ ਹੈ। ਪਰਮਾਤਮਾ ਅਰੂਪ ਹੈ, ਇਹ ਗੱਲ ਸਮਝ ਆਈ। ਪਰਮਾਤਮਾ ਦਾ ਕੋਈ ਰੂਪ ਨਹੀਂ, ਇਹ ਵੀ ਪਤਾ ਲੱਗਿਆ। ਪਰਮਾਤਮਾ ਨੇ ਸਾਰੇ ਰੂਪ ਬਣਾਏ, ਇਹ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੱਸ ਦਿੱਤਾ। ਲੇਕਿਨ ਐਸਾ ਹੋ ਸਕਦਾ ਹੈ ਕਿ ਕੋਈ ਜੀਵ, ਕੋਈ ਜਗਿਆਸੂ ਉਸ ਅਰੂਪ, ਉਸ ਅਨੂਪ ਪਰਮਾਤਮਾ, ਜਿਹੜਾ ਰੂਪ ਰੰਗ ਰੇਖ ਭੇਖ ਤੋਂ ਨਿਆਰਾ ਹੈ, ਕੀ ਕੋਈ ਸਿਮਰਨ ਕਰਦਾ ਕਰਦਾ ਧਿਆਨ ਸੁਰਤੀ ਨਾਲ ਜੋੜ ਜੋੜ ਕੇ ਕੋਈ ਜਗਿਆਸੂ ਵੀ ਅਰੂਪ ਹੋ ਸਕਦਾ ਹੈ? ਇੱਥੇ ਵਿਦਵਾਨ ਜਨਾਂ ਨੇ, ਮਹਾਂਪੁਰਸ਼ਾਂ ਨੇ ਜੇ ਵਿਆਕਰਨ ਨੂੰ ਵੇਖ ਕੇ ਆਪਾਂ ਦੇਖੀਏ ਤਾਂ ਅਰਥ ਹੀ ਕੀਤੇ ਆ। ਅਰੂਪ ਹੈ, ਇੱਥੇ ਬਿੰਦੀ ਲੱਗੀ ਹੋਈ ਹੈ ਦੇ ਉੱਪਰ। ਜੇ ਬਿੰਦੀ ਲਾ ਕੇ ਪਾਠ ਕਰਦੇ ਹਾਂ ਤਾਂ ਪਰਮਾਤਮਾ ਨੂੰ ਸੰਬੋਧਨ ਕੇ ਪਰਮਾਤਮਾ ਅਰੂਪ ਹੈ। ਜਦੋਂ ਬਿੰਦੀ ਹਟਾ ਕੇ ਪਾਠ ਕਰਾਂਗੇ ਅਰੂਪ ਹੈ, ਫਿਰ ਇੱਥੇ ਆਪਣੀ ਗੱਲ ਇੱਕ ਜੀਵ, ਉਸ ਜਗਿਆਸੂ ਦੀ, ਉਸ ਸਿਮਰਨ ਸਾਧਨਾ ਅਭਿਆਸੀ ਪੁਰਸ਼ ਦੀ ਗੱਲ ਵੀ ਹੋ ਸਕਦੀ ਹੈ। ਜਿਹੜਾ ਸਿਮਰਨ ਕਰ ਰਿਹਾ ਹੈ, ਜਿਹੜਾ ਮੈਡੀਟੇਸ਼ਨ ਕਰ ਰਿਹਾ ਹੈ, ਜਿਹੜਾ ਧਿਆਨ ਲਾ ਰਿਹਾ ਹੈ, ਆਪਾਂ ਹਰ ਰੋਜ਼ ਸਿਮਰਨ ਦੀ ਗੱਲ ਜ਼ਰੂਰ ਕਰਦੇ ਹਾਂ, ਕਿਉਂਕਿ ਮੇਨ ਸਾਡਾ ਮਕਸਦ, ਮੇਨ ਮੋਟਿਵ ਇਹੀ ਹੈ। ਜਿੰਨੀਆਂ ਮਰਜ਼ੀ ਉਦਾਹਰਨਾਂ, ਜਿੰਨੀਆਂ ਮਰਜ਼ੀ ਐਗਜ਼ਾਮਪਲਾਂ ਆਪਾਂ ਲੈ ਲਈਏ, ਇਤਿਹਾਸ ਵਿੱਚੋਂ ਸਾਖੀਆਂ ਸਾਂਝੀਆਂ ਕਰ ਲਈਏ, ਗੁਰਬਾਣੀ ਦੇ ਪ੍ਰਮਾਣ ਸਾਂਝੇ ਕਰ ਲਈਏ, ਪਰ ਗੱਲ ਇੱਥੇ ਆ ਕੇ ਰੁਕ ਜਾਂਦੀ ਹੈ, ਬਿਨ ਹਰ ਭਜਨ ਨਾਹੀਂ ਛੁਟਕਾਰਾ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇੱਥੇ ਆ ਕੇ ਗੱਲ ਰੁਕ। ਗੱਲ ਸਿਮਰਨ ਨਾਲ ਹੀ ਬਣਨੀ ਹੈ, ਗੱਲ ਧਿਆਨ ਲਾਉਣ ਨਾਲ ਬਣਨੀ ਹੈ, ਗੱਲ ਮੈਡੀਟੇਸ਼ਨ ਨਾਲ ਬਣਨੀ ਹੈ। ਜਿੰਨੀ ਦੇਰ ਤੱਕ ਅਸੀਂ ਧਿਆਨ ਲਾਉਣਾ ਸ਼ੁਰੂ ਨਹੀਂ ਕਰਾਂਗੇ ਤਾਂ ਇਹ ਵੀ ਗੱਲ ਯਾਦ ਰੱਖਣੀ, ਵਿਆਖਿਆ ਤਾਂ ਆਪਾਂ ਜ਼ਰੂਰ ਅਰੂਪ ਦੀ ਕਰ ਰਹੇ ਹਾਂ ਸ਼ਬਦਾਂ ਨਾਲ, ਲੇਕਿਨ ਜੇ ਤੁਸੀਂ ਅਰੂਪ ਨੂੰ ਮੰਨਣਾ ਚਾਹੁੰਦੇ ਹੋ, ਉਹਨੂੰ ਮੰਨਣ ਦਾ ਤਰੀਕਾ ਸਿਮਰਨ ਹੈ, ਧਿਆਨ ਹੈ, ਮੈਡੀਟੇਸ਼ਨ ਹੈ। ਮੈਂ ਨਹੀਂ ਕਹਿ ਰਿਹਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਿਰਣਾ ਹੈ ਔਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਿਰਣਾ ਹੈ। ਮਹਾਰਾਜ ਕਹਿੰਦੇ ਕੋਈ ਜੀਵ ਜਗਿਆਸੂ ਜਦੋਂ ਡੂੰਘਾਈ ਵਿੱਚ ਜਾ ਕੇ ਸ਼ਬਦ ਔਰ ਸੁਰਤ ਦੀ ਸਾਂਝ ਬਣਾਉਂਦਾ ਹੈ, ਟਿਕਾ ਵਿੱਚ ਬੈਠ ਕੇ ਭਜਨ ਕਰਦਾ ਹੈ, ਉਸ ਕਰਤਾ ਪੁਰਖ ਨੂੰ ਯਾਦ ਕਰਦਾ ਹੈ, ਉਸ ਸਰਬ ਜਗ੍ਹਾ ਵਿਆਪਕ ਪਰਮਾਤਮਾ ਦਾ ਧਿਆਨ ਧਰਦਾ ਹੈ, ਸ਼ਬਦ ਕੋਈ ਵੀ ਲਵੇ, ਤਾਂ ਇਹ ਧਿਆਨ ਲਾਉਂਦਿਆਂ ਲਾਉਂਦਿਆਂ ਇੱਕ ਅਵਸਥਾ ਬਣਦੀ ਹੈ, ਜਿਸ ਅਵਸਥਾ ਦਾ ਸਵਰੂਪ ਜਿਹੜਾ ਹੈ ਉਹ ਇਹ ਹੈ ਕਿ ਇਨਸਾਨ ਆਪਣੇ ਸਰੀਰ ਨੂੰ ਭੁੱਲ ਜਾਂਦਾ ਹੈ। ਇੱਕ ਵੱਡੀ ਪ੍ਰਾਪਤੀ ਹੁੰਦੀ ਹੈ ਕਿ ਆਪਣੇ ਆਪ ਨੂੰ ਭੁੱਲ ਹੀ ਜਾਣਾ, ਮੈਂ ਕੌਣ ਹਾਂ, ਮੈਂ ਕੌਣ ਹਾਂ। ਇਹ ਹੋਂਦ, ਇਹ ਹਸਤੀ ਮਿਟਾ ਕੇ ਹੀ ਉਸ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ।
दूसरी गल ये है कि सिमरन करदियां एक ये अवस्था बन जाती है, इनू रिद्धियां सिद्धियां नाल भी जोड़िया जाता है कि अपने शरीर नू लुप्त कर लेना। लुप्त समझते हो कि अदृष्ट, लेकिन है नज़र नहीं आ रहा कुछ समय लई। जिवें कोई समान कमरे च पिया, लाइट बंद कर दो, पिया तो उत्थे ही है पर नज़र आउणों हट गया, इनू लुप्त किया जाता है। कुछ जिमें दृढ़ंतन है, एक बाणी च असीं शब्द पढ़ते हैं, उहदे पिछे हाहा नहीं लग्या, लेकिन वो लुप्त है, बोलिया जाता है। ये व्याकरण दे विच कई शब्द इदां दे आउंदे आ जिहड़े लगा मात्रा, सियारी प्यारी, बिंदी, औंकड़, दलैंकड़ लुप्त हुंदियां ने, दिस नहीं रहीआं पर बोलणियां पैंदियां ने। रिद्धियां सिद्धियां वाले इनू थोड़ा जिहा नाटकी ढंग नाल लै लैंदे आ, थोड़ा जिहा करामातां वाले पासे नूं तुर पैंदे आ, लोकां नूं इदां दा जादूगरी एक सिस्टम नाल दिखा के गुमराह करके अपने पिछे, तो लोग भी मनते हैं कि बहुत पहुंचा होया है। पर धन गुरु ग्रंथ साहब महाराज नूं पुछोगे तो ये बहुत छोटियां गल्लां ने, जां इउं कह लो भी ये पहले पड़ाਅ दीयां गल्लां ने। सिद्धां कोले बहुत कुछ सी इहो जिहा, बड़ियां रिद्धियां सिद्धियां, कोई खड़ावां ते उड़ रहा है, कोई पानी ते तुर रहा है, कोई आसमान विच बिना किसी आसन तो चौंकड़ा मार के बैठ गया, दरख्तां तो पत्थर डिग रहे आ, हीरियां दी नदी वगा दी। बड़ियां कॉमन गल्लां ने, सिद्धां कोल इस गल दी कमी नहीं। पर सतगुरु अडोल बैठे आ, महाराज कहंदे गल तां इन्हां गल्लां तो अगे शुरू हुंदी है। परमात्मा की गल इस तो अगे, उस अरूप की गल इस तो अगे है। ये तो रिद्धियां सिद्धियां आ गईयां। आम दुनिया नूं भरमाया जा सकता है, दुनिया नूं पिछे लाया। जे यही गल मंजिल हुंदी तां धन गुरु नानक दे पातशाह नूं जदों खप्पर दिता, नाथ जी पानी भर लेवन उठ चला, एक खप्पर भांडा दे के क्या कि बाला हे बालक नानक जा पानी भर के लैके आ। हुण उत्थे पानी नहीं सी, हीरियां दी नदी वग रही है। महाराज वापस आ गए, उन्होंने कहा पानी नहीं लिया। महाराज कहंदे पानी है ही नहीं सी। कहंदे होर की सी? कहंदे होर कुछ भी होवे, मेरा उहदे नाल सरोकार कोई नहीं। ਇਹਦਾ मतलब गुरु नानक साहब इन्हां गल्लां तो बहुत उपर की ने, वो परमात्मा का सरगुण स्वरूप है। इसे करके गुरु अर्जन साहब नूं कहना पिया सब ते वड्डा सतगुरु नानक। जे कोई पंक्ति याद होंदी है ना तो उस हाजरी लवाया करो, जे सुन के कन सफल कर रहे हो। जे कोई पंक्ति याद आ, जदों बोलोगे रसना भी सफल हो जाती है। कहते पवित्र सुनते पुनीत, एक वारी च तुसी दो फायदे लै सकते हो। इको समय दे विच दो सानू फायदे मिल सकते आ। तो सतगुरु कहंदे आ ये एक सिमरन मैडिटेशन करदिआं एक अवस्था इहो जी आउंदी है जिथे इंसान जग्यासू अपने शरीर नूं लुप्त कर सकता है, गुप्त कर सकता है। तां है लेकिन है दिसदा नहीं, वो नज़र नहीं आ रहा। दुनिया नूं दिसणों हटा सकता है, उहदे सामने गुप्त हो सकता है। ये आम गल है। तो जिन्हों महाराज ने कहा देही गुप्त बदेही दिस है, शरीर गुप्त कर लैंदा है तो अंदरला शरीर जिहड़ा है जीव आत्मा वो नज़र आ रहा है, उन्होंने आप भी वेख रहा है तो होर किसी नूं नज़र नहीं आउंदा। इदां दे ये जिहड़े सिमरन साधना करदिआं इवें दे पड़ाਅ, इवें दीआं अवस्था अक्सर बन जांदियां ने। अरूप की गल चल रही है, उदों वो जदों देही दिस है, देही गुप्त बदेही दिशा की अवस्था आउंदी है, उत्थे वो आप अरूप दे नाल अरूप वाला गुण धारण कर लैंदा है। उहदे च अरूप वाला गुण आ जांदा है। रूप तां है लेकिन अरूप हो गया, और होया परमात्मा नाल जुड़ के। सिमरन तो उसे दा ही कर रहा ना, अपने आप नहीं होया, उहदी बख्शिश नाल होया, उहदी किरपा नाल होया। उन्होंने ध्याया, उन्होंने पाया, उत्थों तक पहुंचिया, तां ये गल्लां होईयां। क्योंकि जिहड़ा जग्यासू सिमरन साधना वाला है, उहदी नींद भुख प्यास ये सब कुछ घट जाता है जदों इहो जिहियां अवस्थावां ते पहुँच जाता। इत्थे हुण गुरु की बड़ी जरूरत हुंदी है। जे सतगुरु नाल होण फिर ये रिद्धियां सिद्धियां तो अगे लै जांदे आ कढ के। बाबा नानक सिंह साहब ने जदों सिमरन ज्ञान ध्यान बाबा महारनाम सिंह जी के हुक्म अनुसार किया, बड़ियां रिद्धियां सिद्धियां कोल आके खड़ गईयां। वो कहते नंद सिंह जी आ इन्ना कुछ छड़ तुहाडे आले दुआले माणो, इन्हां नूं वरतो, इन्हां नूं। वो कहते नहीं, मैं उस वस्तु नूं हासिल करना चाहुंदा जिहड़ी परम तत्त है, जिहड़ी सब तो उपर, जिहड़ी सब तो श्रेष्ठ है।
मैं उस तक पहुँचना चाहुंदा जिहदे वस विच ये रिद्धियां सिद्धियां ने। फिर उन्होंने कहा इधर पिठ कर ला ते मुख गुरु ग्रंथ साहब पातशाह वल कर ला, संसार वल रिद्धियां सिद्धियां पदार्थां वल पिठ कर लई, धन गुरु ग्रंथ साहब पातशाह वल मुख कर लिया। कहते जे इन्हां वल मूँह करेगा ये तेरे अगे अगे दौड़नगियां, गुरु ग्रंथ साहब वल मुख करेगा ये तेरे पिछे पिछे दौड़नगियां। फर्क कहने हैं। तां ही उस दिन तो लैके अज तक नानकसर संप्रदा दे विच धन श्री गुरु ग्रंथ साहब नूं मुखातब होके कथा कीर्तन हुंदा है। गुरु ग्रंथ साहब वल मुख करके बैठते आ और आप नीवीं जगह ते बैठते आ। महाराज साहब का आसन उच्चा, नानकसर तो लैके जिन्नियां भी उन्हां दीयां ठाठां ने तुसीं वेखो, धन श्री गुरु ग्रंथ साहब वल मुख करके इउं लगदा कि गुरु ग्रंथ साहब नूं कथा सुणा रहे आ। गुरु नानक साहब नूं जिवें कोई विद्यार्थी अपने टीचर अध्यापक नूं कोई सिलेबस सुणा रहा होवे। ते आम तां नहीं, जे संगत ना होवे कई कथाकारां नूं कथा भुल जाती है, प्रमाण ही नहीं उतरदे भी संगत है नहीं किहनूं सुणाईए। पर जदों ये एहसास होण लग जाए कि एक तां बाहर परमात्मा दा स्वरूप संगत बैठी है, पर संगत तो बिना कुछ इहो जिहियां अदृष्ट रूहां अदैवी ताकतां डिवाइन पावरां जिहड़ियां ने ਉਹ ਇੰਨੀਆਂ आ के संगत विच बैठ जांदियां ਜਿਹੜੀਆਂ सानू नज़र नहीं आउंदियां पर ਉਹ बैठियां ਹੁੰਦੀਆਂ। कदे एहसास करियो जे तुसीं इत्थे बैठ के समा भुल गए ना, कथा जां कीर्तन विच इन्ना खुभ गए ना, समय का पता रहा ना आउण दा ना जाण दा, तां समझ लो तुहाडे नाल ਉਹ दृष्ट रूहां ਉਹ ताकतां ਉਹ डिवाइन पावरां ਜਿਹੜੀਆਂ ने दैवी रूहां ਜਿਹੜੀਆਂ ਉਹ ਤੁਹਾਡੇ ਨਾਲ ਬੈਠੀਆਂ, ਤੁਸੀਂ ਉਹਨਾਂ ਦੀ ਬਖਸ਼ਿਸ਼ ਵਿੱਚ ਆ ਗਏ ਹੋ। ਜਿਵੇਂ ਆ ਬ੍ਰਹਮ ਸਥਾਨ ਹੈ ਜਿੱਥੇ ਆਪਾਂ ਬੈਠੇ ਆ, ਇੱਥੇ ਪਤਾ ਹੀ ਨਹੀਂ ਕਿੰਨੀਆਂ ਬ੍ਰਹਮ ਸ਼ਕਤੀਆਂ ਬ੍ਰਹਮ ਰੂਹਾਂ ਨੇ ਇਸ ਵੇਲੇ ਵੀ ਉਹ ਕਥਾ ਵਿਰਾਜਮਾਨ ਹੋਣ ਤੇ ਆਪਣੇ ਕੋਲੇ ਚਲੋ ਉਹ ਨਜ਼ਰ ਨਹੀਂ, ਉਹ ਅੱਖ ਨਹੀਂ ਜਿਹਦੇ ਨਾਲ ਅਸੀਂ ਵੇਖ ਸਕੀਏ, ਮਾਣ ਸਕੀਏ, ਹਾਂ ਮਹਿਸੂਸ ਕੀਤਾ ਜਾ ਸਕਦਾ, ਕਿਉਂਕਿ ਅਰੂਪ ਹੈ। परमात्मा भी अरूप है, ਉਹਦੇ ਸਾਰੇ रूप ने, आप किसी रूप विच नहीं। ये दिव्य शक्तियां भी अरूपमान हो के सारिया जगह ते वरत रही ने, अपना एहसास करवा रही ने, संगत दे कारज रास कर रही ने। तो सतगुरु कहते ने जिहड़ा गुरमुख इस मंजिल वाल नूं चलिया उहदा तां जीवन क्या सवना क्या जागना। गुरमुख दे प्रवान, ये गुरमुख दे जीवन दियां स्टेजां, ये उहदे पड़ाव ने जीवन दे। वो कहता की सौना ते की जागना बस एको ही अवस्था है। सौना की ते जागना की, जो मनुख सतगुरु दे सन्मुख ਹਨ ਉਹਨਾਂ ਲਈ ਇਹ ਦੋਵੇਂ ਹਾਲਤਾਂ ਇੱਕੋ ਜਿਹੀਆਂ ਹਨ, क्योंकि वो जिन्ना सास गिरास ना विसरै से पूरे पुरख प्रधान। सास गिरास उन्हां दे अंदर सिमरन चल रहा, क्योंकि ब्रह्म ज्ञानी का भोजन ज्ञान। ब्रह्म ज्ञानी का भोजन की है? ज्ञान। ज्ञान की है? गुरु। गुरु की है? शब्द। सारिया चीज़ां अपने आप विच अपने एक दूसरे नाल जुड़ियां हुई ने। उन्हां दा तां नानक भगतां भुख सलाहण, सच नाम आधार। भगतां दी भुख की है? उस सच्चे परमात्मा की सिफत, उस वाहिगुरू दे गुण, अकाल पुरख दीयां सिफतां, ये उन्हां भगतां दी भुख है। तो सतगुरु कह रहे हैं कि भाई गुरमुख की अवस्था तां यह है, गुरमुख अंतर सहज गए, मन चढ़िया दसवें आकाश, तिथै ऊंग ना भुख है, हर अमृत नाम सुखवास। वो सिमरन करदा इस पड़ा इस मुकाम ते चलिया जांदा। वो अरूप वाली अवस्था, अरूप वाला गुण धारण कर लैंदा है और सारियां बरकतां दे जीवन विच वरतन लग पैंदियां ने। ये गुरमुख दे जीवन दे पड़ा ने। तो सतगुरु पातशाह कहंदे ने जेड़ा उस अरूप नाल जुड़िया, जिन्हें उस अरूप नूं ध्याया, उस अरूप नूं मिलण दी कोशिश कीती, उन्हां दे जीवन विच सौना जागना एक बराबर हो गया। वो तां कंचन माटी मन है, जो नर दुख मैं दुख नहीं, दुख ते सुख एको जे हो गए, हर सोग एको जिहा लगन लग पिया, सोना ते मिट्टी इको जे लगन लग पे। वो किसे इहो जिहियां गल्लां च रुकदे नहीं, बस अपनी मंजिल वल सीने खिच जिन्हां ने खाधी, वो कर आराम नहीं बहिंदे। नेहों वाले नैणा दी नींदर वो दिने रात पे वहिंदे, इको लगन लगी है जांदी है। टोर अनंत उन्हां दी वसलों उरे मुकाम ना कोई।
100 ਚਾਲ ਪਏ ਨਿਤ ਵਹਿੰਦੇ। ਜਿੰਨੀ ਦੇਰ ਪਰਮਾਤਮਾ ਉਸ ਅਰੂਪ ਨਾਲ ਮਿਲਾਪ ਨਹੀਂ ਹੋ ਜਾਂਦਾ, ਉਸ ਅਰੂਪ ਵਿੱਚ ਸਮਾ ਨਹੀਂ ਜਾਂਦੇ, ਉਹ ਕਦੇ ਰਾਹਾਂ ਵਿੱਚ ਨਹੀਂ ਰੁਕਦੇ। ਰਿੱਧੀਆਂ ਸਿੱਧੀਆਂ ਉਹਨਾਂ ਕੋਲ ਬੜੀਆਂ ਆਉਂਦੀਆਂ ਨੇ, ਬੜੇ ਵਰਤਾਰੇ ਉਹਨਾਂ ਦੇ ਜੀਵਨ 'ਚ ਵਰਤਦੇ ਹੈ, ਪਰ ਉਹ ਪੂਰਨ ਵਿਸ਼ਵਾਸ, ਦ੍ਰਿੜ ਨਿਸ਼ਚਾ ਰੱਖ ਕੇ, ਉਸ ਪਰਮਾਤਮਾ ਦੇ ਪੂਰਨ ਭਰੋਸਾ ਰੱਖ ਕੇ ਤੁਰੇ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਦਿਸ ਰਿਹਾ ਕਿ ਮੈਂ ਆਪਣੀ ਮੰਜ਼ਿਲ ਵੱਲ ਜਾ ਰਿਹਾ। ਤੇ ਸਾਡੀ ਮਾਨਸਿਕਤਾ ਸੀ ਤਾਂ ਦੁਬਦਾ ਵਿੱਚੋਂ ਨਹੀਂ ਹਲੇ ਤੱਕ ਨਿਕਲੇ। ਜਦੋਂ ਅੱਜ ਹੁਣ ਅਰੂਪ ਦੀ ਗੱਲ ਚੱਲ ਰਹੀ ਹੈ, ਅਰੂਪ ਹੁਣ ਦਿਸ ਨਹੀਂ ਰਿਹਾ ਰੱਬ। ਇੱਥੇ ਬੜੇ ਲੋਕ ਨੇ, ਜੇ 4 ਬੰਦੇ ਇਕੱਠੇ ਆ ਕੇ ਕਹਿ ਦੇਣ ਕਿ ਜੀ ਰੱਬ ਕੋਈ ਨਹੀਂ ਹੈ, ਐਵੇਂ ਬੰਦੇ ਨੇ ਡਰਦੇ ਨੇ ਮੰਨ ਲਿਆ। ਰੱਬ ਨਾਂ ਦੀ ਕੋਈ ਚੀਜ਼ ਨਹੀਂ, ਐਵੇਂ ਇਹਨੂੰ ਧਾਰਮਿਕ ਲੋਕਾਂ ਨੇ ਡਰਾ ਲਿਆ ਤੇ ਇਹਨੇ ਉਹਦਾ ਪ੍ਰਭਾਵ ਮੰਨ ਲਿਆ। ਜੇ ਹੈ ਤਾਂ ਦਿਖਾਓ। ਬੰਦਾ ਉਧਰ ਨੂੰ ਤੁਰ ਪੈਂਦਾ ਵੀ ਗੱਲ ਤਾਂ ਠੀਕ ਹੈ, ਵੀ ਹੈ ਹੀ ਨਹੀਂ। ਜਦੋਂ ਦਿਸ ਹੀ ਨਹੀਂ ਰਿਹਾ ਕੀ ਦਿਖਾਈਏ, ਕਿਵੇਂ ਦੇਖੀਏ? ਇਹ ਠੀਕ ਕਹਿ ਰਹੇ ਆ। ਜੇ ਕਿਸੇ ਬੰਦੇ ਨੇ ਕਹਿ ਦਿੱਤਾ ਵੀ ਬਸ ਕੱਲ ਤਾਂ ਰੱਬ ਨੇ ਬਚਾ ਲਏ, ਨਹੀਂ ਤਾਂ ਬੜਾ ਮੁਸ਼ਕਲ ਸੀ, ਮੈਨੂੰ ਤਾਂ ਰੱਬ ਨੇ ਬਚਾ ਲਿਆ, ਉਹਨੇ ਹੱਥ ਦੇ ਕੇ ਰੱਖ ਲਿਆ, ਨੇ ਕੋਈ ਬਚਣ ਦੀ ਗੁੰਜਾਇਸ਼ ਨਹੀਂ ਸੀ, ਨਹੀਂ ਕੱਲ ਬਿਲਕੁਲ ਕੰਮ ਖਤਮ ਹੋ ਗਿਆ। ਉਹ ਕਹਿੰਦਾ ਵੀ ਅੱਛਾ ਰੱਬ ਨੇ ਬਚਾਇਆ ਦਾ ਮਤਲਬ ਰੱਬ ਹੈ, ਹੁਣ ਉਹਦੇ ਪਿੱਛੇ ਚੱਲ ਪਿਆ। ਸਾਡੇ ਜੀਵਨ ਦਾ, ਸਾਡੇ ਮਨ ਦਾ ਜਿਹੜਾ ਉਹਦੀ ਦਸ਼ਾ ਇਹ ਹੈ, ਕਿਸੇ ਨੇ ਕਿਹਾ ਰੱਬ ਹੈ ਨਹੀਂ ਤਾਂ ਉਧਰ ਨੂੰ ਵੀ ਚੱਲ ਪਿਆ, ਜੇ ਕਿਹਾ ਰੱਬ ਹੈ ਤਾਂ ਉਧਰ ਨੂੰ ਚੱਲ। ਹਲੇ ਤੱਕ ਇਹੀ ਨਿਰਣਾ ਨਹੀਂ ਹੋਇਆ, ਵਿਸ਼ਵਾਸ ਨਹੀਂ ਹੋਇਆ ਰੱਬ ਹੈ ਜਾਂ ਨਹੀਂ ਹੈ। ਔਰ ਚਲੋ ਇਸ ਗੱਲ ਤੇ ਮੈਨੂੰ ਲੱਗਦਾ ਹੁਣ ਅੱਜ ਪੂਰਨ ਭਰੋਸਾ ਸਾਡਾ ਬਣ ਜਾਣਾ ਚਾਹੀਦਾ, ਕਿਉਂਕਿ ਆਪਾਂ ਜੋ ਕੁਝ ਵੀ ਇੱਥੇ ਸਾਂਝਾ ਕਰ ਰਹੇ ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਪੁੱਛ ਕੇ ਚੱਲ ਰਹੇ ਹਾਂ। ਸਤਿਗੁਰੂ ਇੱਕ ਇੱਕ ਗੱਲ ਦਾ ਜਵਾਬ ਤਸੱਲੀ ਬਖਸ਼ ਡੰਕੇ ਦੀ ਚੋਟ ਤੇ ਲਿਖ ਕੇ ਦੇ ਰਹੇ ਆ ਕਿ ਕਿਸੇ ਗੱਲ ਦਾ ਕੋਈ ਭੁਲੇਖਾ ਨਾ ਰਹਿ ਜਾਏ, ਕਿਸੇ ਗੱਲ ਦਾ ਕੋਈ ਭੁਲੇਖਾ ਨਾ ਰਹਿ ਜਾਏ। ਹੁਣ ਜੇ ਕੋਈ ਕਹੇ ਰੱਬ ਹੈ ਨਹੀਂ, ਉਹਨੂੰ ਕਹੇ ਭਾਈ ਤੂੰ ਮੰਨ ਭਾਵੇਂ ਨਾ ਮੰਨ, ਮੈਂ ਤਾਂ ਮੰਨਣਾ ਰੱਬ ਹੈ। ਕਿਉਂ? ਕਿਉਂਕਿ ਮੈਨੂੰ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਇੱਕ ਓੰਕਾਰ ਪਰਮਾਤਮਾ ਹੈ, ਇੱਕ ਹੈ, ਅਕਾਲ ਪੁਰਖ ਹੈ। ਓੰਕਾਰ ਆ ਸਾਰਾ ਪਸਾਰਾ ਉਸੇ ਦਾ ਹੀ ਹੈ। ਸਤ ਨਾਮ ਉਹਦਾ ਨਾਮ ਵੀ ਹੈ, ਉਹ ਕਰਤਾ ਪੁਰਖ, ਉਹਨੇ ਸਾਰੇ ਸ੍ਰਿਸ਼ਟੀ ਨੂੰ ਬਣਾਇਆ। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਤੂੰ ਭਾਵੇਂ ਨਾ ਮੰਨ, ਮੈਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ। ਮੈਂ ਕਿਵੇਂ ਕਹਿਦਾ ਵੀ ਰੱਬ ਹੈ ਨਹੀਂ? ਮਹਾਰਾਜ ਦਾ ਕਹਿੰਦੇ ਆਦ ਸਮੇਂ ਤੋਂ ਪਹਿਲਾਂ ਦਾ, ਜੁਗਾਦ ਜੁਗਾਂ ਤੋਂ ਪਹਿਲਾਂ ਦਾ, ਜੁਗ ਉਹਨੇ ਬਣਾਏ, ਸਮਾਂ ਉਹਨੇ ਬਣਾਇਆ, ਸਮੇਂ ਤੋਂ ਪਹਿਲਾਂ ਵੀ ਉਹ ਹੈ, ਜੁਗਾਂ ਦੀ ਆਰੰਭਤਾ ਵਿੱਚ ਵੀ ਉਹ ਹੈ ਵੀ ਸੱਚ, ਅੱਜ ਵੀ ਉਹ ਹੈ। ਨਾਨਕ ਹੋਸੀ ਵੀ ਸੱਚ। ਜਦੋਂ ਅਸੀਂ ਤੁਸੀਂ ਸਾਰਾ ਬ੍ਰਹਿਮੰਡ ਵੀ ਨਹੀਂ ਹੋਏਗਾ, ਉਹ ਉਦੋਂ ਵੀ ਹੋਏਗਾ, ਉਦੋਂ ਵੀ ਹੋਏਗਾ। ਤੇ ਅਸੀਂ ਕਿਵੇਂ ਕਹਿ ਲਈਏ ਕਿ ਰੱਬ ਹੈ ਹੀ ਨਹੀਂ? ਪਰਮਾਤਮਾ ਇਹ ਗੱਲਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਆ। ਕਿਸੇ ਦਾ ਬੱਚਾ ਵਿਗੜ ਜਾਏ ਨਾ, ਮਾਪਿਆਂ ਦਾ ਕਹਿਣਾ ਨਾ ਮੰਨੇ, ਫਿਰ ਉਹ ਰਿਸ਼ਤੇਦਾਰਾਂ ਨੂੰ, ਆਂਢ ਗੁਆਂਢ ਚੋਂ 5-7 ਜਣਿਆਂ ਨੂੰ ਬੁਲਾਉਂਦੇ ਆ ਵੀ ਆਓ ਜੀ ਬੱਚਾ ਕਹਿਣੇ ਵਿੱਚ ਨਹੀਂ, ਬੱਚਾ ਜਾਂ ਬੱਚੀ ਕੋਈ ਵੀ ਹੋ, ਕਿ ਸਾਡੇ ਕਹਿਣੇ 'ਚ ਨਹੀਂ, ਇਹਨੂੰ ਸਮਝਾਓ, ਅਸੀਂ ਕੁਝ ਹੋਰ ਕਹਿ ਰਹੇ ਹਾਂ, ਇਹ ਕੁਝ ਹੋਰ ਕਰ ਰਿਹਾ, ਇਹ ਸਾਡੀ ਗੱਲ ਕੋਈ ਨਹੀਂ ਮੰਨ ਰਿਹਾ। ਤੇ ਉਹ ਫਿਰ 5-4 ਜਣੇ ਆ ਕੇ ਕਹਿਣਗੇ ਵੀ ਹੁਣ ਅਸੀਂ 4 ਬੰਦੇ ਆਏ ਹਾਂ, ਸਾਡੀ ਤਾਂ ਗੱਲ ਮੰਨ ਲੈ, ਸਾਡੀ ਤਾਂ ਗੱਲ ਰੱਖ ਲਾ। ਤੇ ਕੋਈ ਚੰਗਾ ਸੰਸਕਾਰੀ ਬੱਚਾ ਭੁੱਲ ਭੁਲੇਖੇ ਗਲਤ ਰਾਹੇ ਪੈ ਗਿਆ ਤੇ ਉਹ ਸਮਝ ਜਾਂਦਾ, ਮੰਨ ਜਾਂਦਾ ਵੀ ਇਹ 4 ਦਾਨੇ ਆਲਮ ਫਾਜ਼ਲ ਸਿਆਣੇ ਦਾਨਸ਼ਮੰਦ ਲੋਕ ਮੈਨੂੰ, ਰਿਸ਼ਤੇਦਾਰ ਵੱਡੇ, ਮੇਰੇ ਪਿਓ, ਮੇਰੇ ਦਾਦੇ, ਮੇਰੇ ਪੜਦਾਦਿਆਂ ਦੀ ਉਮਰ ਦੇ ਮੈਨੂੰ ਸਮਝਾਉਣ ਆਇਆ, ਮੈਨੂੰ ਸਮਝ ਜਾਣਾ ਚਾਹੀਦਾ। ਮਹਾਰਾਜ ਕਹਿੰਦੇ 4 ਜਾਣੇ ਆਉਣ, ਕੋਈ ਸਮਝ ਜਾਂਦੇ ਆ, ਕਈ ਨਹੀਂ ਸਮਝਦੇ। ਤੈਨੂੰ ਤਾਂ ਗੁਰੂ ਗ੍ਰੰਥ ਸਾਹਿਬ 'ਚ 15 ਭਗਤ ਬੈਠੇ ਆ, 6 ਗੁਰੂ ਬੈਠੇ ਆ, ਗੁਰਸਿੱਖ ਬੈਠੇ ਆ, ਭੱਟ ਤੈਨੂੰ 35-36 ਜਾਣੇ ਰੋਜ਼ ਸਮਝਾਉਂਦੇ ਆ ਤੇ ਇੱਕ ਵੀ ਗੱਲ ਨਹੀਂ ਸਮਝ ਆ ਰਹੀ। ਇੰਨੇ ਜਾਣੇ ਰੋਜ਼ ਸਮਝਾ ਰਹੇ ਆ ਵੀ ਭਾਈ ਆ ਤੇਰੇ ਲਈ ਠੀਕ ਹੈ, ਆ ਤੇਰੇ ਲਈ ਗਲਤ ਹੈ, ਤੂੰ ਸਮਝ ਜਾ, ਹਲੇ ਵੀ ਕੁਛ ਨਹੀਂ ਵਿਗੜਿਆ, ਤੇਰੀ ਜ਼ਿੰਦਗੀ ਸੁਧਰ ਜਾਏਗੀ। ਤੂੰ ਸੁਣ ਕੇ ਇਧਰਲੇ ਕੰਨ ਚੋਂ ਪਾਉਣਾ, ਦੂਜੇ ਕੰਨ ਤੋਂ ਹੀ ਕੱਢ ਦਿੰਦਾ। ਇੰਨੇ ਜਾਣੇ ਸਮਝਾ ਰਹੇ ਹੋਣ, ਰੋਜ਼ ਸਮਝਾ ਰਹੇ ਆ, ਬਿਨਾਂ ਕਿਸੇ ਉਹ ਕਲਪਦੇ ਵੀ ਨਹੀਂ, ਖਿੱਚਦੇ ਵੀ ਨਹੀਂ। ਇੱਕੋ ਹੀ ਗੱਲ ਭਾਵੇਂ ਲੱਖਾਂ ਵਾਰ ਤੁਸੀਂ ਅਰਦਾਸ ਵਿੱਚ ਇੱਕੋ ਹੀ ਗੱਲ ਬੋਲੀ ਜਾਓ, ਖਿੱਚਦੇ ਥੋੜਾ ਹੋ। ਵਾਰ-ਵਾਰ ਸਾਡੇ ਤੋਂ ਹੀ ਗਲਤੀ ਹੋ ਜਾਏ ਤਾਂ ਵੀ ਨਹੀਂ ਕਲਪਦੇ। ਬਹੁੜ ਪਿਤਾ ਗੱਲ ਲਾਵੇ, ਫਿਰ ਸਾਨੂੰ ਗੱਲ ਨਾਲ ਲਾਉਂਦੇ ਆ ਤੇ ਫਿਰ ਸਾਨੂੰ ਸਮਝਾ ਦਿੰਦੇ ਆ ਭਾਈ ਨਹੀਂ, ਮੈਂ ਤੇਰੇ ਜੀਵਨ ਨੂੰ ਆ ਸੰਸਾਰ ਦੇ ਕਿਨਾਰੇ ਤੇ ਖੜਾ, ਸਤਿਗੁਰੂ ਕਹਿੰਦੇ ਬੜੀ ਗੌਰ ਨਾਲ ਵੇਖ ਰਿਹਾ ਕਿ ਤੇਰਾ ਇਹ ਜੀਵਨ ਦਾ ਬੇੜਾ ਇਹ ਸੰਸਾਰ ਦੀਆਂ ਲਹਿਰਾਂ 'ਚ ਗੋਤੇ ਖਾ ਰਿਹਾ ਹੈ। ਤੇਰੀ ਬੇੜੀ ਡਾਵਾਂਡੋਲ ਹੋਈ ਪਈ ਹੈ, ਬੇੜਾ ਕੱਪਰਵਾਤ।
खड़ा पुकारे पत्नी बेड़ा कपर, गुरु किनारे ते खड़ा पुकार पुकार के कह रहे हो संभल के चल, तेरी बेड़ी बड़ी डिक डोले खा रही है, बड़ी डावा डोल हो चुकी है, पता नहीं हमारी बेड़ी पाप भरी है, पवन लगा मत जाई, माड़ा जिहा कोई इनू होर किसे वकार दा बुला वजया ने डुब जाना है। तेरी बेड़ी नू संभल जा, तू गुरु नू मला बना ला, गुरु नू मला बना ला, ताकि गुरु देखो तारेगा तो ही जड़ा आप तरिया होया, ਜਿਹੜਾ ਆਪ ਹੀ ਡੁੱਬਿਆ ਜਾਂ ਡੁੱਬਣ ਦੇ ਅਨਸਾਰ ਉਹਦੇ ਬਣੇ ਨੇ, ਉਹ ਕਿਸੇ ਨੂੰ ਕੀ ਤਾਰੇਗਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪ ਮੁਕਤ ਕਰੇ ਸੰਸਾਰ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰ ਕੇ ਪਤ ਸੋ ਜਾਏਂਦਾ। ਇੱਥੇ ਤਾਂ ਉਹੀ ਹੈ ਜਿਹੜਾ ਆਪ ਤਰਿਆ ਤੇ ਹੋਰਾਂ ਨੂੰ ਤਾਰਨ ਦੀ ਤਾਕਤ ਰੱਖਦਾ। ਸਤਿਗੁਰੂ ਦਾ ਇਹ ਤਰਸ ਹੀ ਇੰਨਾ ਸਾਡੇ ਤੇ, ਕਿਉਂਕਿ ਇਹ ਧਰਮ ਦਇਆ ਦੇ ਵਿੱਚੋਂ ਪੈਦਾ ਹੋਇਆ। ਦਇਆ ਵਾਲਾ ਕਦੇ ਕ੍ਰੋਧੀ ਨਹੀਂ ਹੁੰਦਾ, ਦਇਆ ਵਾਲਾ ਕਦੇ ਕਲਪਦਾ ਨਹੀਂ, ਦਇਆ ਵਾਲਾ ਕਦੇ ਸੜਦਾ ਨਹੀਂ, ਦਇਆ ਵਾਲਾ ਕਦੇ ਈਰਖਾ ਨਹੀਂ ਕਰਦਾ। ਜਿਹਦੇ ਮਨ 'ਚ ਦਇਆ ਹੋਵੇ ਉਹ ਵਿਤਕਰਾ ਨਹੀਂ ਰੱਖਦਾ, ਦਇਆ ਵਾਲਾ ਕਿਸੇ ਨਾਲ ਭੇਦਭਾਵ ਨਹੀਂ ਰੱਖਦਾ, ਦਇਆ ਵਾਲਾ ਬਦਲਾਖੋਰੀ ਦੀ ਨੀਤੀ ਨਹੀਂ ਰੱਖਦਾ। ਦਇਆ ਵਾਲੇ ਨੂੰ ਤਾਂ ਇਹ ਆ ਬਸ ਆ ਗਿਆ ਦਇਆ ਹੀ ਕਰੋ, ਬਖਸ਼ ਦਿਓ, ਬਖਸ਼ ਦਿਓ। ਜਿਹੜਾ ਆ ਗਿਆ ਉਹਨੂੰ ਆਪਣੇ ਚਰਨਾਂ ਨਾਲ ਜੋੜੋ, ਇਹਦੇ ਸਾਰੇ ਪਾਪ ਖਤਮ ਕਰੋ, ਤੈਨੂੰ ਇਹਦਾ ਜੀਵਨ ਜਿਹੜਾ ਉਹ ਸਵਾਰ ਦਿਓ ਦਇਆ ਵਾਲੇ ਦੇ। ਇਹ ਮਨ 'ਚ ਚੱਲਦਾ ਹੈ। ਇਹੀ ਵਰਤਾਰਾ ਸਤਿਗੁਰੂ ਸਾਡੇ ਨਾਲ ਦਿਨ ਰਾਤ ਵਰਤਾ ਰਹੇ ਆ, ਪਰ ਸਾਨੂੰ ਸਮਝ ਨਹੀਂ ਆ ਰਹੀ। ਸਾਨੂੰ ਇਹ ਲੱਗਦਾ ਵੀ ਚਲੋ ਕੋਈ ਨਹੀਂ, ਪਾਪ ਹੋ ਗਿਆ ਮਾਫੀ ਮੰਗ ਲਾਂਗੇ, ਪਰ ਕਈ ਵਾਰ ਮਾਫੀ ਦੇਣ ਲੱਗਿਆਂ ਸਮਾਂ ਲੱਗ ਜਾਂਦਾ ਹੈ। ਮਾਫੀ ਤਾਂ ਜੱਜ ਵੀ ਦਿੰਦਾ ਹੈ, ਪਰ ਉਹ ਕਹਿੰਦਾ ਇੰਨੀ ਕੁ ਸਜ਼ਾ ਤਾਂ ਮਿਲਦੀ ਚਾਹੀਦੀ ਆ ਨਾ ਤੈਨੂੰ, ਤਾਂ ਕਿ ਵਾਰ-ਵਾਰ ਗਲਤੀ ਨਾ ਕਰੇ। ਹੁਣ ਉਮਰ ਭਰ ਥੋੜੀ ਉਹ ਕਹਿੰਦਾ ਵੀ ਆਹ ਕੰਮ ਕੀਤਾ ਤੈਨੂੰ 1 ਸਾਲ ਦੀ ਸਜ਼ਾ, ਤੈਨੂੰ 6 ਮਹੀਨਿਆਂ ਦੀ ਸਜ਼ਾ, ਤੈਨੂੰ 2 ਸਾਲ ਦੀ ਸਜ਼ਾ, ਇੰਨਾ ਕੁ ਜੁਰਮਾਨਾ। ਉਹ ਕੁਛ ਨਾ ਕੁਛ ਤਾਂ ਕਰਦਾ, ਜੇ ਸਜ਼ਾ ਨਹੀਂ ਜੁਰਮਾਨਾ ਲੱਗਦਾ, ਤਾਂ ਕਿ ਤੈਨੂੰ ਗਲਤੀ ਦਾ ਅਹਿਸਾਸ ਹੋਵੇ ਤੇ ਦੁਬਾਰੇ ਕੋਈ ਗਲਤੀ ਨਾ ਕਰੇ। ਤਾਂ ਸਤਿਗੁਰੂ ਪਾਤਸ਼ਾਹ ਅੱਜ ਬਖਸ਼ਿਸ਼ ਉਸ ਅਰੂਪ ਦੀਆਂ ਗੱਲਾਂ, ਉਸ ਅਦ੍ਰਿਸ਼ਟਮਾਨ ਪਰਮਾਤਮਾ ਜਿਹੜਾ ਨਾਂ ਦਿਸ ਕੇ ਵੀ ਸਾਰਿਆਂ ਵਿੱਚ ਵਰਤ ਰਿਹਾ, ਸਭ ਨੂੰ ਬਣਾਉਣ ਵਾਲਾ, ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ, ਉਹਦੀਆਂ ਬਾਤਾਂ, ਉਹਦੇ ਗੁਣ, ਉਹਦੇ ਗੁਣਨਾਤਮਕ ਜਿਹੜੇ ਵਿਸ਼ੇਸ਼ਣ ਨੇ ਉਹ ਸਾਡੇ ਨਾਲ ਸਾਂਝੇ ਕਰ ਰਿਹਾ। ਤੀਸਰੇ ਛੰਦ ਦੀ ਸ਼ੁਰੂਆਤ ਹੈ। ਪਹਿਲਾ ਛੰਦ ਸੀ ਛਪੈ ਛੰਦ, ਇੱਕੋ ਵਾਰੀ ਆਇਆ। ਦੂਸਰਾ ਛੰਦ ਹੈ ਭੁਜੰਗ ਪ੍ਰਿਆਤ ਛੰਦ, ਇਹ ਕਈ ਵਾਰ ਆਇਆ। ਹੁਣ ਤੀਸਰਾ ਹੈ ਚਾਚਰੀ ਛੰਦ। ਚਾਚਰੀ ਛੰਦ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਨੇ ਚਰਚਰੀ ਛੰਦ ਲਿਖਿਆ, ਜਿਹਦਾ ਅਰਥ ਹੈ 4 4 4 ਚਰਚਰੀ, ਤੇ ਜਿਹਨੂੰ ਚਾਚਰੀ ਛੰਦ ਮਤਲਬ ਕਿ ਇਹਦੀ ਇੱਕ ਇੱਕ ਬੰਦ ਵਿੱਚ 4 4 ਗੁਣ ਨੇ, ਅਰੂਪ ਹੈ, ਅਨੂਪ ਹੈ ਤੇ ਅਜੂ ਹੈ, ਅਪਹੂ ਹੈ। ਇਸ ਕਰਕੇ ਇਹਨੂੰ ਚਾਚਰੀ ਛੰਦ ਕਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 300 ਦੇ ਕਰੀਬ ਵੱਖੋ ਵੱਖਰੇ ਛੰਦਾਂ ਅੰਦਰ ਆਪਣੀ ਬਾਣੀ ਉਚਾਰੀ ਹੈ। ਇਹ ਚਾਲ ਇਵੇਂ ਚੱਲਦੀ ਹੈ ਜਿਵੇਂ ਇਹ ਜਿਹੜਾ ਚਾਚਰੀ ਛੰਦ ਮਤਲਬ ਚੰਚਲ ਚਾਲ ਵਾਲਾ, ਇਹਦੀ ਚਾਲ ਟੇਢੀ ਵੀ ਕਿਹਾ ਜਾਂਦਾ ਹੈ। ਤੇ ਮਹਾਰਾਜ ਕਹਿੰਦੇ 4 4 ਬੰਦਾਂ ਵਾਲਾ, ਹੇ ਵਾਹਿਗੁਰੂ ਤੁਹਾਡੀ ਕਿਰਪਾ ਨਾਲ ਉਚਾਰਿਆ ਗਿਆ, ਤਵੈ ਪ੍ਰਸਾਦ, ਇਹ ਤੁਹਾਡੀ ਕਿਰਪਾ ਨਾਲ ਉਚਾਰਿਆ ਗਿਆ। ਇਸ ਛੰਦ ਦੀ ਖੂਬਸੂਰਤੀ ਇਹ ਹੈ ਕਿ ਇੱਕ ਅੱਖਰ ਇਹਦੇ 'ਚ ਵਾਰ-ਵਾਰ ਆਇਆ ਹੈ, ਅਰੂਪ ਹੈ, ਅਨੂਪ ਹੈ, ਅਜੂ ਹੈ, ਅਪੂ ਹੈ ਕਿਉਂ ਵਰਤਿਆ? ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਹਿੰਦੇ ਜੇ ਮੈਂ ਨਹੀਂ ਵਰਤਾਂਗਾ ਤਾਂ ਭਰੋਸਾ ਟੁੱਟ ਜਾਏਗਾ, ਜੇ ਮੈਂ ਹੈ ਕਵਾਂਗਾ ਤੇ ਹੈ ਤਾਂ ਹੈ ਹੀ, ਹੈ ਵੀ ਸੱਚ, ਜੇ ਨਹੀਂ ਕਵਾਂਗਾ ਤਾਂ ਉਹ ਤਾਂ ਫਿਰ ਵੀ ਰਹੇਗਾ, ਪਰ ਮੇਰਾ ਭਰੋਸਾ ਟੁੱਟੇਗਾ। ਮੈਂ ਭਰੋਸਾ ਪੱਕਾ ਕਰਨ ਵਾਸਤੇ ਕਹਿ ਰਿਹਾ, ਬਿਲਕੁਲ ਉਸੇ ਗੱਲ ਨੂੰ ਤਸਦੀਕ ਦੇ ਪ੍ਰੋੜਤਾ ਦਿੱਤੀ ਜਾ ਰਹੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਵੀ ਸੱਚ, ਅਰੂਪ ਹੈ ਵੀ ਸੱਚ, ਅਨੂਪ ਹੈ ਵੀ ਸੱਚ, ਅਜੂ ਹੈ ਨਾਨਕ ਹੋਸੀ ਵੀ। ਇਹ ਉਸੇ ਗੱਲ ਦੀ ਵਿਆਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਰ ਰਹੇ ਆ। ਮਹਾਰਾਜ ਕਹਿੰਦੇ ਤਾਂ ਸਾਰੇ ਮਨ 'ਚ ਜਿਹੜਾ ਉਹ ਵਿਸ਼ਵਾਸ ਘਟੇਗਾ, ਜੇ ਨਹੀਂ ਕਵਾਂਗੇ ਹੈ ਕਹਿ ਕੇ ਵਿਸ਼ਵਾਸ ਪੱਕਾ ਹੋਏਗਾ। ਤਾਂ ਮਹਾਰਾਜ ਸਾਹਿਬ ਕਹਿੰਦੇ ਆ ਜੇ ਹੈ ਆਖਾਂਗੇ ਤਾਂ ਨਹੀਂ ਮੁੱਕ ਜਾਏਗਾ, ਜੇ ਨਹੀਂ ਆਖਾਂਗੇ ਤਾਂ ਹੈ ਮੁੱਕ ਜਾਏਗਾ, ਤੇ ਜੇ ਅਸੀਂ ਉਹਨੂੰ ਵੱਡਾ ਕਹਾਂਗੇ ਤਾਂ ਛੋਟਾ ਮੁੱਕ ਜਾਏਗਾ, ਜੇ ਛੋਟਾ ਕਵਾਂਗੇ ਤਾਂ ਵੱਡਾ। ਦੋਵੇਂ ਇੱਕ ਦੂਜੇ ਦੇ ਵਿਰੋਧਾਭਾਸ ਸ਼ਬਦ ਨੇ ਇਹ। ਇਸੇ ਲਈ ਪਾਤਸ਼ਾਹ ਕਹਿੰਦੇ ਆ ਉਹਨੂੰ ਤੂੰ ਕਹਿ, ਕਿਉਂਕਿ ਤੂੰ ਕਹਿਣ ਵਾਲਿਆਂ ਦੇ ਅੰਦਰੋਂ ਮੈਂ ਮੁੱਕ ਜਾਂਦੀ ਹੈ। ਕਬੀਰ ਤੂੰ ਕਰਤਾ ਤੂੰ ਹੁਆ, ਇਸੇ ਕਰਕੇ ਹੈ ਆਇਆ। ਪਿੱਛੇ ਅਸੀਂ ਨਮਸਕਾਰਾਂ ਕਰਕੇ ਆਇਆ, ਉਹਦੇ ਵਿੱਚ ਨਮਸਤਵੰਗ ਸ਼ਬਦ ਵੀ ਆਇਆ, ਨਮਸਤੰਗ ਵੀ ਆਇਆ, ਨਮਸਤ ਸਤ ਵੀ ਆਇਆ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਇਹ ਸ਼ਬਦ ਵੀ ਵੱਖੋ ਵੱਖਰੇ ਰੂਪਾਂ 'ਚ ਉਹਨੂੰ ਅਸੀਂ ਨਮਸਕਾਰ ਕੀਤੀ।
उस परमात्मा नूं आदेश कीती, उस परमात्मा के चरणों ते असीं शीश झुकाया। तो अज सतगुरु पातशाह कृपा कर रहे ने, चाचरी छंद त्वै प्रसाद। परमात्मा तेरी कृपा नाल ये पहले छंद भी तेरी कृपा नाल उचारे, ये छंद भी तेरी कृपा नाल उचारिया। महाराज कह रहा अरूप है परमात्मा भाई, जिसका कोई रूप रंग नहीं है, ते सारे रूप उसे दे ने। और अनूप है ते उस परमात्मा तुसीं वेखो जिहदा रूप ही नहीं, वो उपमा तो रहत, वो इन्ना सोहना है कि उसकी उपमा ही नहीं की जा सकती। हुण कोई चीज़ सामने, कोई तस्वीर सामने नज़र आउंदी है, कोई किसी का बुत मूर्ति बनी सामने नज़र आवे, किसी का कोई भी कुछ सामने दृष्ट बंदा उसकी तो सिफत करता है कि भाई ये इन्ना सोहना, इसकी उपमा की नहीं जा सकती। एक परमात्मा है जिहड़ा अरूप दिस नहीं रहा। धन गुरु गोबिंद सिंह साहब पातशाह कहते ने वो इन्ना सोहना है, उसकी उपमा ही नहीं की जा सकती। उन्होंने उपमा की दोगे, ਉਹਦੇ बराबर का कोई होवे, ਉਹ ਤੋਂ ਵੱਡਾ कोई होवे, ਉਹਦੇ वर्गा कोई होवे, ਤਾਂ ਅਸੀਂ ਤਸਬੀਹ ਦਈਏ ਵੀ ਰੱਬ ਉਹਦੇ ਵਰਗਾ ਹੈ। ਰੱਬ ਇਹੋ ਜਿਹਾ ਹੈ, ਰੱਬ ਦੇ ਨੈਣ ਨਕਸ਼ ਇਹੋ ਜਿਹੇ ਨੇ, ਕਿੱਡਾ ਕੱਦ ਕਾਠ ਹੈ, ਰੰਗ ਬਨ ਕੇ ਇਹੋ ਜਿਹਾ ਦਿਸ ਹੀ ਨਹੀਂ ਰਿਹਾ। ਹੁਣ ਨਾ ਉਹਦੇ ਵਰਗਾ ਕੋਈ, ਨਾ ਉਹਦੇ ਬਰਾਬਰ ਦਾ ਕੋਈ, ਨਾ ਉਹ ਤੋਂ ਵੱਡਾ ਕੋਈ, ਤੇ ਤਸ਼ਬੀਹ ਕਿਹਦੇ ਨਾਲ ਦੇ ਕੇ ਉਹਦੀ ਉਪਮਾ ਕਰੀਏ। ਜੈਸਾ ਤੂੰ ਤੈਸਾ ਤੁਹੀਂ, ਕਿਆ ਉਪਮਾ ਦੀਜੈ। ਭਗਤ ਰਵਿਦਾਸ जैसा तू तैसा तू ही, जिहो जिहा तू आ तू ही तू है, बस तेरे वर्गा होर कोई नहीं। ते तेरी उपमा मालिक मैं किहदे नाल देवां, केवल तू आप ही है, तेरा कोई रूप नहीं। पर जिहो जिहा तेरा रूप है, ओहो जिहा किसी होर दा रूप भी नहीं है। किडे कमाल दे बचन धन श्री गुरु गोबिंद सिंह साहब पातशाह साडे भले वास्ते वरत रहे आ, क्योंकि वो तो सरगुण स्वरूप ने। वो तो परमात्मा ने पुੱਤ बना के उन्होंने अपना भेजिया, ते रब ते कलगीधर विच कोई अंतर नहीं, सिर्फ साडे भले वास्ते कि भाई आ उहदे गुण तेरे नाल मैं तां सांझे करदा, उहदे गुण गा गा के तू उहदे वर्गा बन जाए। पूरा प्रभ आराध्या, पूरा जाका नाओ, नानक पूरा पाया, पूरे के गुण गाओ। तां सानू उस पूरे दे गुणां दे हिदायत और सतगुरां ने परोपकार किया कि ओदे गुण गा के ओदे तक पहुँच जाए, ओदे वर्गा हो जाए, ओदे गुण तेरी जिंदगी च आ जाण, ओदे गुण तेरी जिंदगी च आ जाण। अगले बचन ने आजू हैं। आजू का मतलब अचल, जो चलाए मान नहीं, कदे नाश नहीं होएगा। अजू दे अर्थ ये भी किया, जिवें असीं पिंडां च कहने ना आ फलाने पिंड दी जू है, ਅਸੀਂ ਕਦੇ ਆ ਜੂ नहीं टप्पी, ਉਹ ਸਾਡੇ ਪਿੰਡ ਦੀ ਜੂ 'ਚ ਕਿਵੇਂ ਆਇਆ। ਜੂ परमात्मा ਦੀ ਕੋਈ ਜੂ नहीं। की जू को चलो गुरुद्वारा साहब की जू हो सकती है, मंदिर की जू हो सकती है, किसी भी धार्मिक स्थान की जू, रब की जू किहड़ी है, आ जू है। ਉਹਦੀ कोई हदबंदी नहीं, कोई ਉਹਦੀ जू नहीं है। जिथे भी देखोगे सारिया जगह ते तुहानूं मिलेगा। हर एक हदबंदी तो परे है, वो हदबंदियां च तो आउंदा ही नहीं ना। जिद्दे वो हदबंदी च आ गया फिर उसदा नाम रब नहीं होएगा, कुछ होर होएगा। ਉਹਦਾ नाम फिर निरंकार नहीं होएगा। जदों आकार च ही गल आ गई फिर वो निरंकार कित्थों रह जाएगा। इसलिए तेनों नमस्कार परमात्मा, तू अजूग है, तेरी कोई हदबंदी नहीं, तू चलाए मान नहीं है, तू अचल है, जिमें है उवें है। तेनों कोई तेरे तख्त तो नहीं ला सकता, तेनों कोई मार के तेरे तख्त ते नहीं बैठ सकता, तेनों कोई छोटा नहीं कर सकता, तेनों कोई वड्डा नहीं कर सकता, तेनों कोई नवा नहीं कर सकता, तेनों कोई पुराना भी नहीं कर सकता। तू जिमें है तू उवें है। सत चित आनंद जुग जुग एको वेश, जुगां जुगंतरां तो तेरा एको ही वेश बनया होया है। अभू है, अभू का मतलब अजन्म, जिहदा जन्म कोई नहीं, सारियां नूं जन्म ते मरण दे चक्कर विच रखण वाला परमात्मा आप जन्म ते मरण दे घेरे चों बाहर है। ना उहदा जन्म है ते ना उहदा मरण दिन है। वो परमात्मा इन्हां गल्लां तो बाहर गए, कदे गर्भ जोन च आउंदा ही नहीं। नानक दा स्वामी, गुरु नानक साहब दा स्वामी कौन है? गुरु नानक साहब दा रब कौन है? जिहड़ा हर थां समाया, वो जन्मे ते ना वो मरे। महाराज ने कहा जन्म ना मरे ना आवे ना जाए। गुरु नानक दा स्वामी जन्म ना मरे ना आवे ना जाए, नानक का प्रभ रहो समाए। गुरु नानक साहब कहते मेरा रब तां भाई वो है जिहड़ा जन्म मरण तो बाहर और सारियां थावां ते सर्व व्यापक है। सारियां थावां ते समाया, वो सर्व व्यापक है। वो जन्म नहीं लैंदा, वो चलाए मान नहीं, वो सदा इको जिहा अचल मूर्त अनभव प्रकाश अमतोज कहजा है।
तो महाराज अगले वचन कह रहा अलेख है। वो परमात्मा जिहड़ा है भाई वो अलेख है। अलेख का मतलब ओदी तस्वीर ओदा चित्र कोई नहीं बना सकता। देवी देवतियां दे चित्र बन जाते आ, पीर पैगंबरां दे चित्र बन जाते आ, साडे गुरु साहिबानां दीयां तस्वीरां भाई सोभा सिंह उन्हां ने बनाईयां। कोई हथ नाल पेंटिंग करता है, कोई स्टैचू बना रहा, बड़े तरह जिहो जी रब ने किसी नूं कला दी है, लेकिन रब की तस्वीर कोई किवें बनावे। परमात्मा का कोई कद, कोई रंग रूप, नैन नक्श कौन किवें दा। अज बड़े लोग है बंदे नूं सामने खड़ा के ते उह सामने खड़े खड़े दी तस्वीर बना दिंदे आ। जिन्हां ने रब मान लिया, महसूस हो गया, उहदे तक पहुँच गए, अभेद हो गए, तस्वीर वो भी नहीं बना सकते। तस्वीर वो भी नहीं, प्रकाश की तस्वीर की होएगी? एक अदृष्ट शक्ति की तस्वीर कोई होएगी, दृष्टमान दी तो होएगी। इसलिए सतगुरु कहते तू अलेख परमात्मा तेरी कोई तस्वीर नहीं बना, तेरे चेहरे मोहरे का कोई वर्णन किवें करेगा, तू किहो जिहा किवें दा लगदा है। इसलिए तू अलेख, ये चित्र इन्हां तस्वीरां तो भी वखरा है। दुनिया ने संसार दे विच धार्मिक लोगों ने रब दे चित्र बना के भी सामने रखे, भगवान दे परमात्मा दे ओदियां तस्वीरां ओदियां मूर्तियां बना के सामने रखियां और उहदे ते दावे भी पेश किए कि आ साडे वाला ठीक है, ये वड्डा है, ये सर्व जगह व्यापक है, ये दुनिया का मालिक है, इहदे विच ज़्यादा ताकत है। इदां दे दावे लोगों ने भी मन्ने, पर अखीर नतीजा की निकलिया? निराशता पल्ले पई, क्योंकि झूठ ना पुजे सच नूं सौ घाट घड़ीए। लख बंदा भी कही जावे भी ये रब है रब है, किसी तस्वीर नूं वेख के ते लख वारी कहण नाल भी सच नहीं हो जाना। सच ने सच ही रहना। सच एक बार बोलिया भी सच है, झूठ लख बार बोलिया भी झूठ है। आ फर्क है। पत्थर सोहना संगमरमर दा चंगा महंगा कीमती शोकेश विच पिया होया भी पत्थर है, सोने का भांडा टुट के भी सोना है। गहणिया च तो सोना है ही, वो टुट के भी सोना है। सोने का भांडा गहना को टुट तुसीं बाहर थोड़ी सैट होने, क्योंकि कीमत उन्नी हुई है। पत्थर कई बार टुट जाए, किसी कीमत का नहीं रहिंदा, वो बाहर ही सटना पैंदा। झूठ झूठ रहिंदा ते सच ने सच ही रहना। परमात्मा दे जद उहदियां सिफतां सच ये है कि वह रूप रंग रेख भेख तस्वीरां तो वखरा है। उहदा इदां दा कोई चित्र नहीं बन सकता। यह भेख है, वह भेखी भी नहीं। भेखी मतलब कोई पहरावा, जे उहदा रूप रंग शरीर ही नहीं, फिर उहदा भेख भी किवें होएगा? उहदा विशेष वखरा भेख भी नहीं, तो विशेष कोई भेख पा के कवे आही रब दा भेख है, मैं उहनूं मिल लांगा, ये भी झूठ बोलिया जा रहा है। ये भी झूठ बोलिया जा रहा है। रब तां साडे तो जिन्ने आपां बैठे आ सारियां च वरत रहा है। कपड़ियां दा मुथाज थोड़ा भी इदां दे कपड़े पा के उहने मिलना है। कपड़ियां दा मुथाज नहीं हो, जेहो जे मर्जी को बस सौखे होण, जित पैदा तन पीड़ी है वो नहीं होने चाहिए। सादे कपड़े होण, जेड़े कपड़ियां चों किसी भी तरह के मन नूं भटकाहट जिहड़ी आ वो ना पैदा होवे, मन विच कोई विकार ना जन्म लवे। कपड़े सीधे सादे सादगी वाले होण, और सादगी जिहड़ी सदा निभ जाए। महंगे कीमती तो एक बारी चलो बना लोगे, फिर उन्होंने संभालना डायरैक्टली कितना महंगा जलसा। सस्ते होणगे, घरे ही धोते जाने आ, ते सस्ता फट जाए कुछ होर हो जाए तां उहदी कोई चिंता नहीं। सादगी तो जिहड़ी सदा साथ दिंदी है, ते जिहड़ा महंगापन जिहड़ी शोशेबाजी आ, ये बंदा बड़ा तरीके नाल अमीर जिहड़े लोग ने उन्होंने अद्धा अपना धन जिहड़ा है तो इस गल ते ला दिंदे आ दुनिया नूं दिखाउण लई कि मैं अमीर हाँ। जे सादा जीवन वो भी जिउण, किन्नी जिंदगी च टेंशन घट जाएगी, मुक जाएगी। पर उन्हों का अद्धा धन अद्धा पैसा दिमाग की एनर्जी समा इस गल ते लग्या दुनिया नूं पता लग जाए मैं कौन हाँ, मेरे को है की कुछ आ, ये दिखाउण ते लगे हुए आ। रोटी वो भी कणक दी खांदे आ, सोने दी नहीं खाता कोई। ये इंसान की फितरत है। इंसान ने अपने आप नूं आप ही तंग किया होया है, परमात्मा ने नहीं तंग किया। इन्हूं अपने आप ही बंदिशां जिहड़ी लोक लज्जिया ना, इन्हें बड़ा तंग किया है भी लोग की कहणगे। इस गल ने ज़्यादा परेशानी दी हुई है। इस गल विच अज वड्डे वड्डे विआह जिहड़े हो रहे हो इस गल च ही है ना भी लोग की कहणगे।
ਕਰਜ਼ੇ ਚੱਕ ਕੇ ਲੱਖਾਂ ਰੁਪਏ ਲਾ ਕੇ ਵਿਆਹ ਤਾਂ ਵਿਆਹ, ਅੱਜ ਤਾਂ ਮਰਗ ਦੇ ਭੋਗ ਵੀ ਐਡੇ ਵੱਡੇ ਲੈਵਲ ਤੇ ਪੈਣ ਲੱਗੇ। ਜਿੱਥੇ ਸਿੰਪਲ ਦਾਲ ਫੁਲਕਾ ਹੋਣਾ ਚਾਹੀਦਾ, ਅੱਜ ਉੱਥੇ ਵੀ ਕਈ ਤਰ੍ਹਾਂ ਦੀਆਂ ਮਠਿਆਈਆਂ ਆਉਂਦੇ, ਪਤਾ ਹੀ ਨਹੀਂ ਲੱਗਦਾ ਭੋਗ ਤੇ ਆਇਆ ਕਿ ਕਿਸੇ ਸ਼ਗਨ ਤੇ ਆਇਆ। ਕਿੰਨੇ ਵੱਡੇ ਇਹ ਖਰਚੇ ਆਪਣੇ ਆਪ ਇਨਸਾਨ ਨੇ ਵਧਾ ਲਏ, ਇਹੀ ਦੁਨੀਆ ਨੂੰ ਦਿਖਾਉਣ ਵਾਸਤੇ ਕਿ ਮੈਂ ਘੱਟ ਨਹੀਂ ਕਿਸੇ ਤੋਂ। ਇਹਨਾਂ ਚੀਜ਼ਾਂ ਨੇ ਤੰਗ ਕਰ ਦਿੱਤਾ, ਇਹਨਾਂ ਚੀਜ਼ਾਂ ਨੇ ਦੁਖੀ ਕਰ ਦਿੱਤਾ। ਜੇ ਸਾਦਗੀ ਲੋਕਾਂ ਦਾ ਮੂੰਹ ਕਿਨੇ ਫੜਿਆ, ਲੋਕ ਕਿਹਦੇ ਤੋਂ? ਦੁਨੀਆ ਦਾ ਅਰਥ ਕੀ ਆ? ਦੋ ਨੀਆਂ, ਦਾਤੀ ਦੇ ਇੱਕ ਪਾਸੇ ਦੰਦੇ ਆ, ਦੁਨੀਆ ਦੇ ਦੋਨੇ ਪਾਸੇ ਆ। शिव जी भगवान ते पार्वती जी तुरे जा रहे आ, ਤੇ शिव जी भगवान ने कहा कि चलो पार्वती ਨੂੰ ਵੀ ਤੁਸੀਂ ਇਸ ਗੱਡਾ ਸੀ ਉਹਨਾਂ ਕੋਲੇ ਰੱਥ, ਵੀ ਇਹਦੇ ਤੇ ਬੈਠ ਜਾਓ, ਮੈਂ ਤੁਰ ਕੇ ਚੱਲਦਾ। ਇੱਕ ਪਿੰਡ ਚੋਂ ਲੰਘੇ, ਲੋਕ ਕਹਿੰਦੇ ਵੀ ਦੇਖੋ ਕਿਹੋ ਜੀ ਇਹ ਔਰਤ, ਇਹਨੂੰ ਪਤੀ ਦੇ ਸਨਮਾਨ ਦਾ ਪਤਾ ਹੀ ਨਹੀਂ। ਆਪ ਗੱਡੇ 'ਚ, ਆਪ ਰੱਥ 'ਚ ਬੈਠੀ ਹੈ ਤੇ ਪਤੀ ਦੇਵਤੇ ਨੂੰ, ਪਤੀ ਪਰਮੇਸ਼ਰ ਹੁੰਦਾ, ਉਹਨੂੰ ਨਾਲ ਨਾਲ ਤੁਰੀ ਜਾ ਰਹੀ ਹੈ। ਤੇ ਜਦੋਂ ਸੁਣਿਆ, पार्वती जी कहते नहीं भगवान तुसी बैठो, लोग की कह रहे आ। शिव जी बैठ गए भगवान, ते पार्वती नाल नाल तुर पे। अगले पिंड वाले कहते कि हो जा निर्दयी पति है, अपनी घरवाली नूं तोरी जा रहा ते आप रथ च बैठा है। वो अगले पिंड वालियां ने यह कह दी, ते हुण फिर दोनों ही पैदल हो गए। कहते इन्हां नूं अकल ही नहीं है, चंगा भला रथ कोल है ते तुर के क्यों जा रहे आ। उस दिन उन्होंने निर्णय किया भी दुनिया खुश नहीं हो सकती। इन्हां ने गुरु नानक साहब कहते मैनू भी कोई आखे भूतना को कहे बेताला, लोग की कह रहे पूतना बेताला कुराइया, कुराइए दा डूम। और गुरु नानक साहब ने एक गल बड़े पते दी कही सी मरदानिया, जदों भाई मरदाने ने आके कहना पातशाह कन्ना नाल सुनिया, लोग तुहानू पूतना कह रहे आ, लोग तुहानू बेताला कह रहे आ, सतगुरु मैनू कुराइए दा डूम कह रहे आ। मैं अपने बारे तो सब कुछ सुन सकदा, सहन कर सकदा, पर सतगुरु जे को तेरे बारे कोई कुछ कहता मेरे तो सहन नहीं हुंदा। गुरु नानक साहब का जवाब सुने हुण। मारे कहंदे मरदानिया गल सुन, परमेश्वर ने ड्यूटी इन्नी वड्डी ला दित्ती, जे लोग आपां नूं माड़ा कह रहे होण ना, कोई निंदिया कर रहा, किसी का जवाब नहीं देना। जे आपां जवाब देण लग पए ना, जेड़ा मिशन परमात्मा ने दिता वो विच ही रह जाएगा। जे लोगों की हर गल का जवाब देन लग पे, दुनिया की कह रही है, हर एक नूं संतुष्ट करन लग पिया, ते अपनी गल विच ही रह जानी है। जिहड़ा काम रब ने आपां नूं दिता, कहंदा 7 वचन महाराज मारे, कहंदे दूजी गल ये भी सुनी, लोगों ने आपां नूं सन्मान भी बहुत देना है, इज्जत मान भी बहुत देना, ध्यान उत्थे भी नहीं देना। जे तू मान सन्मान उस दिन के चक्कर विच पै गया ना, भी आ लोग तो बड़ा यश कर रहे साडा, आ लोग बड़ी वडियाई दे रहे, भी इत्थे तो 4 दिन आपां लाई लईए, उत्थे भी नहीं रुकना, क्योंकि काम फिर भी अधूरा रह जाना। उस्तत निंदा दो त्याग है, उस्तत ते निंदिया दोने छड्ड के आपां अगे तुरना, क्योंकि मिशन बहुत वड्डा परमात्मा ने दिता। बड़ी दुनिया आपां नूं उड़ीक रही आ, पता नहीं कित्थे कित्थे जाके किनू किनू मिलना है। जे आ निंदिया ते उस्तत दीयां गल्लां च उलझ गए, अपनी गल विच ही रह जानी है। अज इवें दा मन च किते भरोसा बन सकदा भी कोई कुछ मर्जी कही जावे, आपां जवाब नहीं देना। कोई चंगा कवे, कोई माड़ा कवे, लोकन की चितराई उपमा तेब है संतरजार। कोई है, बाबा अमरदास साहब ने 12 साल सेवा की, लोगों ने की ख्याल है भी कुछ क्या नहीं होएगा। लोग तो कहते सी रोटियां दा मारा कुड़मा दे बार च सारा दिन पानी ढोंदा फिरदा है, ये कह रहे सी लोग। पर इधरों पाउंदे ते इधर कढ़ दिंदे सी। एक दिन वक्त आया कि बाबा अमरदास, धन गुरु अमरदास बन गए, निथावियां दे थां बन, जिन्हों लोग कहते सी थां नहीं, वो निथावियां दा थां हो गया। दुनिया नूं थां देण वाला ते बनिया, बन के दिखाया भी बाबे जेठे कोले जदों थां ही कोई ना रही। दादकियां ने घरां दे दरवाजे ला लए भी किते सानू ना जेठा सामना पै जाए। नानकियां दे घर च नानी सी, कोई आसरा होर नहीं। रिश्तेदार मुंह मोड़ गए, शरीके कबीले दे लोग मुंह मोड़ गए, कोई थां रही नहीं। हुण जेठा कित्थे रवे, फिर निथावियां दे थां धन गुरु अमरदास ने जगह दी। सिख बनाया, दमाद बनाया, इत्थे ही बस नहीं, अपने सिख नूं धन गुरु रामदास बनाया। अपनी जोत विच टका के, अपना रूप बना के कह दिता, जेठिया लै अज तो तू गुरु अमरदास ते मैं जेठा होया। होएगा कोई दुनिया ते ऐसा रह, इत्थे गुरु गुरु ही रहा ते चेला चेला ही रहा है, मुरशद मुरशद ही रहा, मुरीद मुरीद ही रहा। इत्थे ये पहली बार होया आपे गुर चेला। वाह वाह गोबिंद सिंह, आपे गुर चेला इत्थे पहली बार होया। लेनिया आ ले फिर अज टकाने बदल लईए, तू नानक बन ते मैनू लैना बन दे।
ਇੱਥੇ ਕਦੇ ਆਪ ਅਮਰ ਦੀ ਦਾਤ ਦੇ ਕੇ ਗੁਰੂ ਬਣ ਜਾਂਦਾ ਹੈ, ਕਦੇ ਦਾਤਾ ਬਣ ਜਾਂਦਾ ਹੈ, ਤੇ ਕਦੇ ਸਟੇਜ ਤੇ ਥੱਲੇ ਖੜ ਕੇ ਗਲ 'ਚ ਪੱਲੂ ਪਾ ਕੇ ਕਹਿ ਰਿਹਾ ਹਮਕੋ ਪਿਲਾ ਦੋ ਪਹੁਲ, ਹਮਕੋ ਪਿਲਾ ਦੋ ਪਹੁਲ, ਸੇਵਕ ਕਹਿਲਾਊਂਗਾ। ਮੈਂ ਵੀ ਤੁਹਾਡਾ ਸੇਵਕ ਬਣਨ ਲਈ ਤਿਆਰ ਹਾਂ, ਤੁਹਾਡਾ ਦਾਸ ਬਣਨ ਲਈ ਤਿਆਰ ਹਾਂ। ਪਿਆਰੇ ਦਇਆ ਸਿੰਘ ਜੀ, ਅਮਰ ਦੀ ਦਾਤ ਮੈਨੂੰ ਵੀ ਦੇ ਦਿਓ। ਹੋਏਗਾ ਕੋਈ ਦੁਨੀਆ ਤੇ ਗੁਰੂ? ਇਸੇ ਕਰਕੇ ਭਾਈ ਗੁਰਦਾਸ ਨੇ ਕਿਹਾ, ਵਾਹ ਪ੍ਰਗਟਿਓ ਮਰਦ ਅਗੰਮੜਾ, ਇੱਕੋ ਹੀ ਮਰਦ ਗੰਮੜਾ, ਵਰਿਆਮ ਅਕੇਲਾ। ਦੁਨੀਆ ਦੇ ਗੁਰੂ ਰਹਿਬਰ ਪੈਗੰਬਰਾਂ ਦੀ ਕਮੀ ਨਹੀਂ, ਪਰ ਇਹੋ ਜਿਹਾ ਕੋਈ ਨਹੀਂ ਜਿਹੜਾ ਆਪਣੀ ਉਮਤ ਨੂੰ ਭਿਖਾਰੀ ਬਣ ਕੇ ਉਹਨਾਂ ਤੋਂ ਦਾਤ ਮੰਗਦਾ ਹੋਵੇ। ਇਹ ਨਿਮਰਤਾ ਦੇ ਪਾਠ ਨੇ, ਇਹ ਹਉ ਹੰਕਾਰ ਨੂੰ ਖਤਮ ਕਰਨ ਦੇ ਪੂਰਨੇ ਪਾਏ ਨੇ ਮਾਰੇ ਨੇ। ਇੰਨਾ ਆਪਣੇ ਆਪ ਨੂੰ ਅੰਦਰੋਂ ਮਿਟਾ ਦੇ, ਇੰਨਾ ਅੰਦਰੋਂ ਮਿਟਾ ਦੇ, ਜੇ ਕਿਤੇ ਵੀ ਤੈਨੂੰ ਝੋਲੀ ਅੱਡ ਕੇ ਆਪਣੇ ਗੁਰੂ ਆਪਣੇ ਵੱਡਿਆਂ ਤੋਂ ਦਾਤ ਮੰਗਣੀ ਪੈ ਜਾਏ, ਕਦੇ ਇਹ ਹੰਕਾਰ ਕਿਸੇ ਗੱਲ ਦਾ ਆ ਕੇ ਉੱਥੇ ਖੜ ਨਾ ਜਾਵੇ ਕਿ ਮੈਂ ਇੰਨਾ ਵੱਡਾ, ਮੈਂ ਆ ਤੇ ਮੈਂ ਉਹ, ਮੈਂ ਦੇ ਅੱਗੇ ਕਿਉਂ ਝੋਲੀ ਅੱਡਾਂ। ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੈ ਪਾਇ ਜੀਓ। ਇਹ ਨਿਮਰਤਾ ਦੀਆਂ ਨਿਸ਼ਾਨੀਆਂ ਗੁਰਸਿੱਖਾਂ ਨੂੰ ਵੇਖ ਕੇ ਇੰਨਾ ਝੁੱਕ ਕੇ ਫਤਿਹ ਬੁਲਾਉਣੀ। ਅੱਜ ਤਾਂ ਸਿੱਖ ਸਿੱਖ ਨੂੰ ਫਤਿਹ ਬੁਲਾ ਕੇ ਰਾਜੀ ਨਹੀਂ, ਜੇ ਬੁਲਾਉਂਦੇ ਆ ਤਾਂ ਸਿਰਫ ਆਏ ਸਿਰ ਹਿਲਾਉਂਦੇ ਆ ਇਕੱਲਾ। ਕਈ ਵਾਰ ਰਸਤਾ ਬਦਲ ਲੈਂਦੇ ਆ, ਦੇਖ ਕੇ ਵੀ ਸਾਹਮਣੇ ਆਉਂਦਾ ਫਤਿਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆ, ਫਤਿਹ ਵਿੱਚ ਤਾਂ ਸਿਮਰਨ ਹੁੰਦਾ ਹੈ, ਫਤਿਹ ਤਾਂ ਕਲਗੀਧਰ ਪਾਤਸ਼ਾਹ ਨੇ ਬਖਸ਼ੀ ਆ, ਫਤਿਹ ਨਾਲ ਕਾਦੀ ਨਾਰਾਜ਼ਗੀ। ਪਰ ਸਾਡੀ ਫਿਤਰਤ ਇਵੇਂ ਦੀ ਬਣ ਗਈ ਆ, ਅੰਦਰ ਈਗੋ ਹੰਕਾਰ ਜਿਹੜਾ ਹੈ, ਜਿੱਥੇ ਨਾਮ ਨੇ ਟਿਕਣਾ ਸੀ ਹੰਕਾਰ ਨਾਲ ਭਰ ਗਿਆ। ਮਹਾਰਾਜ ਕੀ ਕਹਿੰਦੇ ਆ, ਅਸੀਂ ਕੀ ਕਹਿੰਦੇ ਅਰਦਾਸ 'ਚ, ਮਨ ਨੀਵਾਂ ਮਤ ਉੱਚੀ। ਮਨ ਨੀਵਾਂ ਮਤ ਉੱਚੀ, ਅੱਜ ਉਲਟ ਹੋ ਗਿਆ, ਮਤ ਨੀਵੀਂ ਹੋ ਗਈ ਤੇ ਮਨ ਇੰਨਾ ਉੱਚਾ ਹੋ ਗਿਆ। ਜਿਸ ਮਨ ਨੇ ਨਿਮਰਤਾ ਦਾ ਧਾਰਨੀ ਹੋਣਾ ਸੀ, ਅੱਜ ਉਹ ਹੰਕਾਰ ਦਾ ਪੁਜਾਰੀ ਬਣਿਆ ਬੈਠਾ ਹੈ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਆ, ਪ੍ਰਮਾਤਮਾ ਤੈਨੂੰ ਨਮਸਕਾਰਾਂ, ਤੂੰ ਅਲੇਖ, ਤੇਰਾ ਚਿੱਤਰ ਕੋਈ ਨਹੀਂ ਬਣਾ ਸਕਦਾ, ਤੂੰ ਅਭੇਖ, ਤੇਰਾ ਪਹਿਰਾਵਾ ਕੋਈ ਨਹੀਂ, ਔਰ ਕਿਸੇ ਪਹਿਰਾਵੇ ਨਾਲ ਤੈਨੂੰ ਪਾਇਆ ਵੀ ਨਹੀਂ ਜਾ ਸਕਦਾ। ਅਨਾਮ ਹੈ, ਉਸ ਦਾ ਕੋਈ ਇੱਕ ਨਾਮ ਨਹੀਂ। ਸ਼ੇਸ਼ ਨਾਗ ਦੇ ਕਹਿੰਦੇ ਆ 1.25 ਲੱਖ ਜੀਵ ਸੀ, 1.25 ਲੱਖ ਜੀਵ ਨਾਲ ਹਰ ਰੋਜ਼ ਹਰ ਵੇਲੇ 1.25 ਲੱਖ ਨਾਮ ਰੱਬ ਦਾ ਨਵਾਂ ਲੈਂਦਾ। ਉਹ ਕੀ ਅੰਤ ਪਾਉਗੇ? ਉਹਦਾ ਅੰਤ ਕੋਈ ਨਹੀਂ। ਹਾਂ, ਜਿਹੜਾ ਸ਼ਬਦ ਮਨ ਨੂੰ ਮੰਨ ਗਿਆ, ਮਨ 'ਚ ਵਸ ਗਿਆ, ਮਨ ਨੂੰ ਭਾ ਗਿਆ, ਬਸ ਉਹੀ ਦਵਾਈ ਚੰਗੀ ਜਿਹੜੀ ਰਾਸ ਆ ਜਾਏ। ਦਵਾਈ ਉਹੀ ਚੰਗੀ ਜਿਹੜੀ ਅਸਰ ਕਰ ਜਾਏ। ਹੁਣ ਨਾਮ ਉਹੀ ਚੰਗਾ ਜਿਹੜਾ ਮਨ 'ਚ ਵਸ ਗਿਆ ਪਰ ਹੋਵੇ ਪੂਰੇ ਦਾ। ਇੱਥੇ ਨਾਮ ਵੀ ਬਹੁਤ ਨੇ, ਨਾਮਾਂ ਦਾ ਕਿਹੜਾ ਇੱਕ ਪੰਗਾ ਹੈ। ਇੱਥੇ ਜੇ ਗੁਰੂਆਂ ਦੀ ਬਰਾਬਰੀ 'ਚ ਕੱਚੇ ਗੁਰੂ ਨੇ, ਤੇ ਕੱਚਿਆਂ ਕੋਲੇ ਤਾਂ ਨਾਮ ਵੀ ਕੱਚਾ ਹੀ ਆ ਨਾ। ਕੱਚਿਆਂ ਕੋਲੇ ਨਾਮ ਵੀ ਕੱਚਾ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਿਖਾਣੀ। ਉਹ ਕੱਚਿਆਂ ਕੋਲੇ ਸੌਦਾ ਵੀ ਕੱਚਾ ਹੈ, ਤੇ ਉਹ ਕੱਚ ਪੱਚ ਵੇਚ ਰਹੇ ਆ। ਕਿਉਂਕਿ ਸਾਨੂੰ ਅੱਜ ਫਸਟ ਕਾਪੀ ਬਹੁਤ ਵਿਕਦੀ ਹੈ, ਓਰੀਜਨਲ ਘੱਟ ਵਿਕਦਾ ਹੈ। ਅਗਲਾ ਕਹਿੰਦਾ ਚਾਹੀ ਪੂਰਾ ਕਰਨਾ ਤੇ ਘੱਟ ਪੈਸਿਆਂ 'ਚ ਫਸਟ ਕਾਪੀ ਲੈ ਲਓ। ਤੇ ਰੱਬ ਦੇ ਨਾਮ ਵਿੱਚ ਵੀ ਫਸਟ ਕਾਪੀਆਂ ਲੋਕ ਰੱਬਦੇ ਆ ਵੀ ਸੌਖਾ ਜਿਹਾ ਹੋ ਜਾਏ ਕੰਮ। ਇਹਦੇ 'ਚ ਫਸਟ ਕਾਪੀ ਵੀ ਸੌਖਾ, ਸੱਚ ਤਾਂ ਰੱਬ ਦਾ ਨਹੀਂ ਹੈ। ਇਹ ਨਹੀਂ ਉਹਨੂੰ ਪਤਾ ਵੀ ਦਵਾਈ ਡੁਪਲੀਕੇਟ ਵੀ ਉਵੇਂ ਦੀ ਦਿਸਦੀ ਆ, ਅਸਲੀ ਵੀ ਉਵੇਂ ਦਿਸਦੀ ਆ। ਅਸਲੀ ਨੇ ਰੋਗ ਖਤਮ ਕਰ ਦੇਣਾ, ਡੁਪਲੀਕੇਟ ਨੇ 4 ਰੋਗ ਲਾ ਦੇਣੇ ਆ। ਉਹ ਤੇਰੀ ਜਾਨ ਵੀ ਲੈ ਸਕਦੀ ਆ ਜੇ ਨਕਲੀ ਦਵਾਈ ਖਾਏਗਾ। ਜੇ ਗਲਤ ਭੋਜਨ ਤੇਰੇ ਸਰੀਰ ਵਿੱਚ ਗੜਬੜ ਕਰਦਾ ਹੈ, ਗਲਤ ਭੋਜਨ ਤੇਰੇ ਜਗ੍ਹਾ ਖੂਨ ਦੀ ਜਗ੍ਹਾ ਜ਼ਹਿਰ ਬਣਾ ਦਿੰਦਾ ਹੈ, ਇਨਫੈਕਸ਼ਨ ਪੈਦਾ ਕਰ ਦਿੰਦਾ ਹੈ, ਗਲਤ ਭਜਨ ਤੈਨੂੰ ਕਿਵੇਂ ਸੁੱਖ ਦੇਗਾ? ਗਲਤ ਭਜਨ ਤੂੰ ਕਿਵੇਂ ਸੋਚ ਲਿਆ ਮੈਂ ਕਰਕੇ ਰੱਬ ਦੇ ਘਰ ਪ੍ਰਵਾਨ ਹੋ ਜਾਵਾਂਗਾ? ਗਲਤ ਭਜਨ ਤੂੰ ਕਰਕੇ ਕਿਵੇਂ ਸੋਚ ਲਿਆ ਮੈਂ ਰੱਬ 'ਚ ਅਭੇਦ ਹੋ ਜਾਵਾਂਗਾ? ਨਹੀਂ ਹੋ ਸਕਦਾ। ਜੇ ਗਲਤ ਭੋਜਨ ਖੂਨ ਨਹੀਂ ਬਣਾਉਂਦਾ, ਗਲਤ ਭਜਨ ਤੈਨੂੰ ਕਿਵੇਂ ਪ੍ਰਮਾਤਮਾ ਦੇ ਨਾਮ ਦਾ ਰਸ ਦੇ ਦੇਗਾ? ਨਹੀਂ ਹੋਣਾ। तो महाराज कह रहा अकाम है परमात्मा, कामना तो रहत, जिन्हों इच्छा कोई नहीं है। सारी दुनिया किसी ना किसी इच्छा दे विच, जिहड़ियां 3 धर्म अर्थ काम, इत्थे एक दुनिया खड़ी है। चौथा मोख मुक्ति का हुंदा, उत्थे तक कोई जांदा ही नहीं। 3 ते इंसान उलझिया। धर्म के अर्थ भी की है कि जिंदगी जिउण का तरीका, एक जिंदगी डिसिपलिन च आ जाए, एक मर्यादा च आ जाए। इत्थे भी कोई नहीं। अर्थ ते काम, आ 2 चीज़ां। काम का अर्थ कामनावां, अर्थ का मतलब जिंदगी च मुढ़लियां लोड़ां, माइकी लोड़ां। सानू जिंदगी जिउण वास्ते जिवें घर चाहिदा, गड्डी चाहिदी, कपड़े चाहिदे, गुजारे जोगा धन चाहिदा, इज्जत मान सन्मान चाहिए, जिन्ना कि एक मिडल क्लास दे विच हुंदा है। ये सब दी इच्छा है।
पर इस तो अगे की है मोख, उत्थे नहीं कोई जाता। महाराज कहते इत्थे हर कोई रब नूं कहंदा मैनूं आ भी दे दे, मैनूं ओ भी दे दे। कदे रब किसी तो मंगदा वेखिया? क्योंकि अकाम है, कामना तो रह उहदी कोई इच्छा ही नहीं। वो तो सगों देंदा दे, लैंदे थक पाए, दद्दा दाता एक है, सबको देवनहार, वो सारियां नूं देण वाला है। आप वो किसी तो नहीं मंगदा, उहनूं मंगना पैंदा ही नहीं, क्योंकि अपनी लोड़ कोई नहीं। दूजी गल यह है जो कुछ संसार च देख रहे हैं सारा उसे नहीं बनाया, ये सब कुछ उसे नहीं बनाया, ओदियां ही दातां ने। वो तो काम ना क्रोध ना लोभ ना मोह ना रोग ना सोग ना भोग ना वह है, सारिया गलों तो मुक्त है। वो महाराज साहब कहते देंदा ही आ रहा, लैण की तमन्ना कोई नहीं। कोई इहो जिहा जिहड़ा रब नूं गुण दिंदा, कोई है इहो जिहा जिहड़ा रब नूं कोई गुण सिखा रहा होवे, दे रहा होवे? ते रब तां निर्गुणियारियां नूं भी गुण दिंदा है, गुणवानां नूं होर गुण दे दिंदा है। जपजी साहब विच असीं पढ़दे हां नानक निर्गुण गुण करे, निर्गुण नूं गुण दिंदा, गुणवंतियां गुण दे, गुणवानां नूं होर गुण दे दिंदा। पर तेहा कोई ना सुझई, जे तिस गुण कोई करे, इहो जिहा मैनूं कोई नहीं लभ्या जिहड़ा रब नूं कोई गुण सिखा रहा होवे, गुण दे रहा होवे। इहो जिहा कोई भी नहीं है जिहड़ा रब नूं कोई किसी तरह की दात दे रहा होवे। महाराज साहब कहते जे तिस गुण कोई करे, जिहड़ा रब नूं गुण दिंदा होवे, रब ने किसी तो लैना की है? वो तां आप समर्थ है, वो तां देंदा दे, लैंदे थक पाहे, जुगां जुगंतर खाही खाहे, बाबल मेरा वड समर्था, करन कारण प्रभारा, सबना गल्लां समर्थ स्वामी, कमी कोई नहीं। कितों ओनू किसी तो मंगण की लोड़ है? ये सारे उस परमात्मा दे। कामना अपीन सदा दामना प्रवीण, एक भावना बहीन कैसे पावै जगदीश को, कामना तो रहत होगे, सेवा करत हुए नेह कामी, तिसको होत निष्कामता। निष्कामता की है? कामना तो ये नहीं भी असीं मंगना नहीं कुछ, सारा कुछ गुरु ते लेना, लेकिन सेवा करदियां ਇਹੋ जी कामना ना बने भी रब ने मिलना भी है कि नहीं मिलना। ये ना मन में खलबली मच जाए भी मैं लग्या तो होया उन्होंने मिलने वास्ते तुरया, पता नहीं उन्हें मिलना कि नहीं। ये साडा काम नहीं, ये ओदा काम है। साडा काम तुरना है, साडा काम तुरना है। जे कोई भावना नाल तुरे, भावना नाल मिलन की इच्छा लैके चले, फिर कोट पैंडा आगे हुए लेत हैं, करोड़ा कदम तुहानूं अगे लैण आ जाएगा। ये परमात्मा दे भाई गुण ने, उस अकाल पुरख समर्थ दाते दियां वडियाइयां जिहड़ियां कलगीधर पातशाह हर रोज़ उस रब्बी सिफत दियां बातां पाउंदे ने, गुणात्मक वर्णन कर रहे ते सानूं उस परमात्मा दे चरनां नाल जोड़न दा यतन कर रहे आ। सारे गुण उस परमात्मा दे, उस परिपूर्ण परमात्मा नूं कोटान कोट शुक्र उहदा धन्नवाद करिया करो। उठदे बहिंदे तुरदे फिरदे अपने आप नूं जो कुछ तुहाडे आले दुआले सुखदायक चीज़ां ने सारियां वेख के उस परमात्मा दा धन्नवाद करिया करो। क्यों उसे नहीं दिता? उसे नहीं कदे समझ आउंदी ना, कदे PGI वगैरह गेड़ा मारिया करो, पता लैण जानी रहने ना किसी ना किसी, उत्थे वेख्या करो दुनिया के हालात की आ। फिर तो रब याद आई, वड्डियां वड्डियां नूं आ जांदा भी परमात्मा शुक्र तेरा, तू सोहना तंदुरुस्त शरीर बख्शिया। आ भी तो हाँ बेचारे हुण तेरी की लत्त भन लैणगे जिहड़े पए आ, की कर लैण। वो फिर उत्थे अरदासां की करदे आ, एक वार परमात्मा तंदुरुस्ती दे, मैं श्वास श्वास नाम जपांगा। वो अरदासां हुण कर रहे आ। तो इसलिए इहो जे हालातों तो पहला ही उहदे नाल जुड़ जा, ताकि तेरे सारे दुख खत्म हो जाण, रोग खत्म हो जाण, ते उस परमात्मा दे धन्नवाद विच जुड़िया रवे, जिस करके लोक सुखीए परलोक सुहेले। नानक हर प्रभ आपे मिले दे भागी बणियां होइयां। बेअंत भुलां दी खिमा देहो सज्जण असीसड़ियां जो होवे। साहिब स्यों मेल सारी संगत आनंद साहब की बाणी च हाजरी लवायो। फिर अरदास बेनती विच जुड़ांगे, कोई रसना वांझी ना रवे। आनंद साहिब राम कल